ਹਿਰਦੈ ਧਿਆਵੰ, ਹਿਰਦੈ ਧਿਆਵੰ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੰ। ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੇ, ਨਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਾਰੋਂ ਧਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੁਨਹੁ ਨਾਥ ਹਮਰਾ ਇਹ ਜੋਗ, ਪਾਏ ਪ੍ਰਮਾਰਤ ਜਾਏ ਵਿਜੋਗ। ਸਹਿਜ ਜੋਗ ਸੰਤਨ ਮਤ ਐਸੇ, ਸੰਸੈ ਭਰਮ ਨਾ ਕੀਜੈ ਕੈਸੇ। ਸੁਨਹੁ ਨਾਥ ਹਮਰਾ ਇਹ ਜੋਗ, ਪਾਏ ਪ੍ਰਮਾਤਮ ਜਾਏ ਵਿਯੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਧਾਨ ਜੁਗਹੁ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ। ਵਾਲੀਏ ਦੋ ਜਹਾਨ, ਕੁਲ ਆਲਮ ਦੇ ਰਹਿਬਰ। ਸ਼ਬਦਾ ਅਵਤਾਰ, ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਅੱਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ।
ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਗੁਰਤਾ ਗੱਦੀ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਦੇ ਕਰਕੇ ਆਪ ਸਤਿਗੁਰੂ ਮਹਾਰਾਜ ਜੀ ਨੇ ਪ੍ਰਭ ਪੁਰਪਿਆਨਾ ਕਰਨਾ ਕੀਤਾ। ਉਸ ਤੋਂ ਬਾਅਦ ਜਦੋਂ ਸਿੱਧਾਂ ਨੂੰ ਇਸ ਗੱਲ ਦਾ ਪਤਾ ਚੱਲਿਆ, ਉਹ ਸਤਿਗੁਰੂ ਮਹਾਰਾਜ ਜੀ ਦੀ ਪਰਖ ਕਰਨ ਵਾਸਤੇ, ਸਤਿਗੁਰੂ ਮਹਾਰਾਜ ਜੀ ਦੀ ਅਵਸਥਾ ਵੇਖਣ ਵਾਸਤੇ ਕਿ ਸਤਿਗੁਰੂ ਮਹਾਰਾਜ ਉਹ ਅਵਸਥਾ ਦੇ ਮਾਲਕ ਹਨ ਜਾਂ ਨਹੀਂ ਹਨ, ਕਿਉਂਕਿ ਪਿਆਰਿਓ ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਹਰ ਵਾਰੀ ਜਾਂ ਕਈ ਵਾਰੀ ਆਪਾਂ ਵੇਖਦੇ ਹਾਂ ਕੋਈ ਡੇਰੇਦਾਰ ਜਾਂ ਕੋਈ ਵੀ ਅਹੁਦੇਦਾਰ ਜਿਹੜਾ ਹੈ ਆਪਣੀ ਗੱਦੀ ਛੱਡ ਕੇ ਦੂਜੇ ਨੂੰ ਜਦੋਂ ਗੱਦੀ ਨਸ਼ੀਨ ਕਰਦਾ, ਆਪਣੀ ਥਾਂ ਤੇ ਬਿਠਾਉਂਦਾ, ਹਰ ਕਿਸੇ ਦੇ ਮਨ ਦੇ ਵਿੱਚ ਪਿਆਰਿਓ ਇਹ ਗੱਲ ਹੁੰਦੀ ਹੈ ਕਿ ਇਹਦੀ ਕੀ ਅਵਸਥਾ ਹੈ, ਇਹਦੀ ਲਿਆਕਤ ਹੈ ਕਿ ਨਹੀਂ ਹੈ। ਹਰ ਕੋਈ ਇਹ ਵੇਖਦਾ ਤੇ ਇਸ ਤਰ੍ਹਾਂ ਹੀ ਸਿੱਧ ਵੇਖਣ ਵਾਸਤੇ ਆਏ ਕਿ ਸਤਿਗੁਰੂ ਮਹਾਰਾਜ ਜੀ ਦੀ ਉਹ ਅਵਸਥਾ ਹੈ ਕਿ ਨਹੀਂ ਹਨ, ਕਿਉਂਕਿ ਇੰਨੀ ਵੱਡੀ ਸਤਿਗੁਰੂ ਮਹਾਰਾਜ ਜੀ ਨੂੰ ਗੁਰਤਾ ਗੱਦੀ ਤਾਂ ਪ੍ਰਾਪਤ ਹੋ ਗਈ ਹੈ। ਸਤਿਗੁਰਾਂ ਦੀ ਇੱਕ ਤਰ੍ਹਾਂ ਦੇ ਨਾਲ ਪਰਖ ਕਰਨ ਵਾਸਤੇ ਆਪ ਜੋਗੀ, ਆਪ ਸਿੱਧ ਚੱਲ ਕਰਕੇ ਆਏ। ਆ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਬਚਨ ਕੀਤਾ ਕਿ ਆ ਮਹਾਰਾਜ, ਪਹਿਲੇ ਜ਼ਮਾਨਿਆਂ ਦੇ ਵਿੱਚ ਜਿੰਨੇ ਵੀ ਅਵਤਾਰੀ ਹੋਏ ਹਨ, ਜਿੰਨੇ ਵੀ ਮਹਾਂਪੁਰਖ ਹੋਏ ਹਨ, ਉਹ ਯੋਗ ਦਾ ਮਾਰਗ ਅਪਣਾਉਂਦੇ ਸੀ, ਯੋਗ ਸਾਧਨਾ ਕਰਦੇ ਸਨ। ਯੋਗ ਸਾਧਨਾ ਕਰਨ ਦੇ ਨਾਲ ਹੀ ਜੀਵ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤਿਗੁਰੂ ਮਹਾਰਾਜ ਆਪ ਯੋਗ ਸਾਧਨਾ ਨਹੀਂ ਕਰਦੇ ਹੋ ਤੇ ਨਾਲ ਆਪਣੇ ਸੇਵਕਾਂ ਨੂੰ, ਸਿੱਖਾਂ ਨੂੰ ਯੋਗ ਦਾ ਉਪਦੇਸ਼ ਨਹੀਂ ਦਿੰਦੇ ਹੋ। ਇਹਦਾ ਕੀ ਕਾਰਨ ਹੈ? ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਇਹ ਬਚਨ ਕਰਨਾ ਕੀਤਾ, ਬੇਨਤੀ ਕੀਤੀ, ਅਗੋਂ ਸਤਿਗੁਰੂ ਮਹਾਰਾਜ ਜੀ ਨੇ ਜਵਾਬ ਦਿੱਤਾ ਕਿ ਭਾਈ ਅਸੀਂ ਸਹਿਜ ਯੋਗ, ਭਗਤ ਯੋਗ ਜਿਹੜਾ ਹੈ ਉਹਨੂੰ ਅਸੀਂ ਅਪਣਾਉਂਦੇ ਹਾਂ। ਇਹ ਜੋ ਆਪ ਜੀ ਯੋਗ ਕਰਦੇ ਹੋ, ਸਾਧਨਾ ਕਰਦੇ ਹੋ, ਜਪ ਤਪ ਕਰਦੇ ਹੋ, ਪ੍ਰਾਣਾਯਾਮ ਪ੍ਰਤਿਆਹਾਰ ਆਦਿਕ ਕਰਦੇ ਹੋ, ਇਹਦੀ ਇਹੀ ਤੁਹਾਡੀ ਭਾਵਨਾ ਹੁੰਦੀ ਹੈ ਕਿ ਇਹਦੇ ਨਾਲ ਸਾਨੂੰ ਕਰਾਮਾਤਾਂ ਦੀ ਪ੍ਰਾਪਤੀ ਹੋ ਜਾਵੇ, ਸਾਨੂੰ 9 ਨਿਧੀਆਂ 18 ਸਿੱਧੀਆਂ ਸਾਨੂੰ ਪ੍ਰਾਪਤ ਹੋ ਜਾਣ, ਇਹਦੇ ਨਾਲ ਅਸੀਂ ਕਰਾਮਾਤਾਂ ਕਰਕੇ ਲੋਕਾਂ ਨੂੰ ਦਿਖਾਉਣਾ ਤੇ ਉਹਨਾਂ ਤੋਂ ਮਾਇਆ ਦੀ ਉਗਰਾਹੀ ਕਰਨੀ ਹੈ, ਆਪਣਾ ਮਾਨ ਵਧਾਉਣਾ। ਸਿਰਫ ਆਪਣਾ ਮਾਨ ਵਧਾਉਣ ਦੇ ਵਾਸਤੇ, ਆਪਣੀ ਪੂਜਾ ਕਰਾਉਣ ਵਾਸਤੇ ਤੇ ਮਾਇਆ ਦੇ ਵਾਸਤੇ ਤੁਸੀਂ ਯੋਗ ਸਾਧਨਾ ਕਰਦੇ ਹੋ ਤੇ ਇਹ ਜਿਹੜੀ ਸਾਧਨਾ ਦਾ ਫਲ ਜਿਹੜਾ ਉਹਨੂੰ ਗਲਤ ਪਾਸੇ ਲੈ ਕਰਕੇ ਜਾਂਦੇ। ਲੇਕਿਨ ਅਸਲ ਦੇ ਵਿੱਚ ਇਹੋ ਜਿਹੇ ਜਿਹੜੇ ਸਾਧਨਾ ਕਰਦੇ ਹਨ ਉਹ ਜੋਗੀ ਨਹੀਂ ਅਖਵਾ ਸਕਦਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹ ਤਾਂ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ। ਇਹ ਜੋ ਨਾਟਕ ਚੇਟਕ ਕਰਕੇ ਲੋਕਾਂ ਨੂੰ ਦਿਖਾਉਣਾ, ਆਪਣੀ ਪੂਜਾ ਕਰਾਉਣੀ ਹੈ, ਅਸਲ ਦੇ ਵਿੱਚ ਜਿਹੜੇ ਪਰਮਾਤਮਾ ਦੇ ਜਨ ਹੁੰਦੇ ਹਨ, ਮਹਾਂਪੁਰਖ ਹੁੰਦੇ ਹਨ, ਉਹਨਾਂ ਨੂੰ ਇਹ ਗੱਲ ਨਹੀਂ ਭਾਉਂਦੀ ਹੈ। ਫਿਰ ਸਤਿਗੁਰੂ ਮਹਾਰਾਜ ਜੀ ਨੇ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਸ਼ਬਦ ਜੋ ਮਹਾਰਾਜ ਜੀ ਨੇ ਉਚਾਰਨ ਕਰਨਾ ਕੀਤਾ, ਜਿਹਦੇ ਵਿੱਚ ਪਿਆਰਿਓ ਜਿਹੜਾ ਬਾਹਰੀ ਅਡੰਬਰ ਜਿਹੜਾ ਹੈ ਯੋਗ ਦਾ, ਉਹਦਾ ਸਤਿਗੁਰੂ ਮਹਾਰਾਜ ਜੀ ਨੇ ਖੰਡਨ ਕਰਨਾ ਕੀਤਾ ਤੇ ਇਹ ਬਚਨ ਕੀਤਾ ਕਿ ਭਾਈ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਵੇ ਤਾਂ ਉਹ ਅਸਲੀ ਬੰਦਾ ਜਿਹੜਾ ਹੈ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਈਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਸਤਿਗੁਰੂ ਮਹਾਰਾਜ ਜੀ ਨੇ ਇਹ ਜੋ ਪਾਵਨ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਯੋਗ ਮਤ ਦੇ ਪ੍ਰਥਾਏ ਉਚਾਰਨ ਕਰਨਾ ਕੀਤਾ, ਜਿਹਦੇ ਵਿੱਚ ਬਾਹਰੀ ਜੋ ਯੋਗ ਦੇ ਕਰਮ ਕਾਂਡ ਹਨ ਮਹਾਰਾਜ ਜੀ ਨੇ ਉਹਦਾ ਖੰਡਨ ਕੀਤਾ ਹੈ। ਤੇ ਫਿਰ ਅਸਲੀ ਯੋਗ ਕੀ ਹੈ? ਅੰਜਨ ਮਾਹੇ ਨਿਰੰਜਨ ਰਹੀਐ, ਕਿ ਅੰਜਨ ਦੇ ਵਿੱਚ ਰਹਿ ਕਰਕੇ, ਮਾਇਆ ਦੀ ਕਾਲਖ ਦੇ ਵਿੱਚ ਰਹਿ ਕਰਕੇ ਮਾਇਆ ਤੋਂ ਨਿਰਲੇਪ ਰਹਿਣਾ, ਸੰਸਾਰ ਦੇ ਵਿੱਚ ਰਹਿ ਕਰਕੇ ਸੰਸਾਰ ਤੋਂ ਨਿਰਲੇਪ ਹੋ ਕਰਕੇ ਰਹਿਣਾ ਹੈ। ਜਿਸ ਤਰ੍ਹਾਂ ਅੰਜਨ ਦਾ ਭਾਵ ਹੁੰਦਾ ਕਾਲਖ, ਕਾਲਖ ਦੇ ਵਿੱਚ ਰਹਿ ਕਰਕੇ ਆਪਣੇ ਆਪ ਨੂੰ ਦਾਗ ਤੋਂ ਬਚਾ ਕਰਕੇ ਰੱਖਣਾ,
ਆਪਣੇ ਗਿਰੇਬਾਨ ਦੇ ਉੱਤੇ ਕੋਈ ਦਾਗ ਨਹੀਂ ਲੱਗਣ ਦੇਣਾ। ਇਹ ਅਸਲੀ ਜੋਗ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਇਹ ਉਪਦੇਸ਼ ਦਿੱਤਾ। ਉਹੀ ਸ਼ਬਦ ਉਚਾਰਨ ਕਰਕੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੇ ਜੋਗੀਆਂ ਨੂੰ ਸੁਣਾਈ ਹੈ। ਇੱਥੋਂ ਤੱਕ ਪਿਆਰਿਓ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਗੁਰਬਾਣੀ ਦੀ ਵਿਚਾਰ ਇਤਿਹਾਸ ਦੀ ਕਥਾ ਨੂੰ ਆਪ ਜੀਆਂ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨਾ ਕੀਤਾ ਸੀ। ਇਸ ਤੋਂ ਅਗਲੀ ਜਿਹੜੀ ਕਥਾ ਹੈ ਇਤਿਹਾਸ ਦੀ ਆਪਾਂ ਆਰੰਭ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਮਹਾਰਾਜ ਜੀ ਦੇ ਦਰ ਦੇ ਉੱਤੇ ਸੁਰਤੀਆਂ ਦੇ ਨਾਲ ਆਪਣੀ ਹਾਜ਼ਰੀ ਨੂੰ ਲਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨਹੁ ਨਾਥ ਹਮਰਾ ਇਹ ਜੋਗ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੇ ਇਹ ਪਾਵਨ ਸ਼ਬਦ ਜਿਹੜਾ ਉਚਾਰਨ ਕਰਕੇ ਬਚਨ ਕਰਨਾ ਕੀਤਾ ਕਿ ਆ ਕੇ ਨਾਥ ਜੀ ਭਾਵ ਕੇ ਗੋਰਖਨਾਥ, ਮਸ਼ਿੰਦਰਨਾਥ, ਭੰਗਰਨਾਥ, ਜੰਗਰਨਾਥ ਆਦਿਕ ਇਹ ਨਾਥ ਯੋਗੀ ਜਦੋਂ ਆਏ ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਸੰਬੋਧਨ ਕਰਦਿਆਂ ਬਚਨ ਕੀਤਾ ਕਿਹਾ ਕਿ ਨਾਥ ਜੀ ਅਸਲ ਦੇ ਵਿੱਚ ਇਹ ਸਾਡਾ ਜਿਹੜਾ ਹੈ ਸਹਿਜ ਜੋਗ ਹੈ। ਇਹਨੂੰ ਸਹਿਜ ਜੋਗ ਬੋਲੋ ਜਾਂ ਇਹਨੂੰ ਭਗਤੀ ਜੋਗ ਬੋਲੋ। ਅਸੀਂ ਇਹ ਬਾਹਰੀ ਕਰਮ ਕਾਂਡ ਰੂਪੀ ਜੋਗ ਨਹੀਂ ਕਰਦੇ ਹਾਂ। ਇਹ ਭਗਤੀ ਜੋਗ ਸਹਿਜ ਜੋਗ ਨੂੰ ਅਸੀਂ ਧਾਰਨ ਕਰਦੇ ਹਾਂ। ਪਾਏ ਪ੍ਰਮਾਤਮ ਜਾਏ ਵਿਯੋਗ। ਇਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਜੋ ਵਿਜੋਗ ਪਿਆ ਹੋਇਆ ਹੈ ਪਰਮਾਤਮਾ ਦੇ ਨਾਲ ਜੋ ਵਿਛੋੜਾ ਪਿਆ ਹੋਇਆ ਉਹ ਵਿਛੋੜਾ ਖਤਮ ਹੋ ਜਾਂਦਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਤੁਹਾਡਾ ਜਿਹੜਾ ਜੋਗ ਹੈ ਇਹ ਜੋਗ ਸਾਧਨਾ ਕਰਨ ਦੇ ਨਾਲ ਹੋ ਸਕਦਾ ਰਿੱਧੀਆਂ ਸਿੱਧੀਆਂ ਤੁਹਾਨੂੰ ਪ੍ਰਾਪਤ ਹੋ ਜਾਣ। ਲੇਕਿਨ ਇਹਨਾਂ ਰਿੱਧੀਆਂ ਸਿੱਧੀਆਂ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੇ ਅਸਲ ਦੇ ਵਿੱਚ ਇਹ ਜੋਗ ਦੀ ਤੁਸੀਂ ਸਾਧਨਾ ਕਰੋ, ਗੁਰਮਤਿ ਜੋਗ ਦੀ ਤੁਸੀਂ ਸਾਧਨਾ ਕਰੋਗੇ ਤਾਂ ਇਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਤੇ ਜੋ ਵਿਜੋਗ ਵਿਛੋੜਾ ਪਿਆ ਹੋਇਆ ਜੀਵ ਤੇ ਈਸ਼ ਦਾ ਉਹ ਮਿਟ ਜਾਵੇਗਾ। ਸਹਿਜ ਜੋਗ ਸੰਤਨ ਮਤ ਐਸੇ। ਸਤਿਗੁਰੂ ਜੀ ਕਹਿਣ ਲੱਗੇ ਆ ਜਿਹੜਾ ਸਹਿਜ ਜੋਗ ਹੈ ਸਾਧੂ ਸੰਤਾਂ ਦੀ ਇਹੋ ਜੀ ਮਤ ਹੈ, ਭਾਵ ਕਿ ਸਾਡੀ ਇਹੋ ਜੀ ਮਤ ਹੈ। ਸੰਸੈ ਭਰਮ ਨਾ ਕੀਜੈ ਕੈਸੇ। ਇਸ ਕਰਕੇ ਭਾਈ ਤੁਸੀਂ ਮਨ ਦੇ ਵਿੱਚ ਸ਼ੰਕਾ ਨਾ ਧਾਰਨ ਕਰਨਾ ਕਰੋ, ਭਰਮ ਨਾ ਧਾਰਨ ਕਰਨਾ ਕਰੋ ਕਿ ਭਾਈ ਸਤਿਗੁਰੂ ਮਹਾਰਾਜ ਤਾਂ ਜੋਗ ਨਹੀਂ ਕਰਦੇ, ਇਹ ਨਹੀਂ ਕਰਦੇ। ਬੇਸ਼ੱਕ ਅਸਲ ਦੇ ਵਿੱਚ ਪਿਆਰਿਓ ਜੋਗ ਜਿਹੜਾ ਸ਼ਬਦ ਜਾਣਾ ਤੇ ਜੋਗ ਦਾ ਇਹ ਵੀ ਮਤਲਬ ਹੁੰਦਾ, ਇਹ ਵੀ ਅਰਥ ਹੋ ਜਾਣਾ ਹੁੰਦਾ ਹੈ ਕਿ ਟੁੱਟ ਜਾਣਾ, ਕਿਤੋਂ ਟੁੱਟ ਜਾਣਾ ਇਹ ਵੀ ਇਹਦਾ ਅਰਥ ਹੁੰਦਾ ਤੇ ਇੱਕ ਅਰਥ ਜਿਹੜਾ ਜੁੜ ਜਾਣਾ। ਜੇ ਪਿਆਰਿਓ ਇਸ ਪਰਪੇਖ ਦੇ ਵਿੱਚ ਆਪਾਂ ਵੇਖਦੇ ਹਾਂ ਤੇ ਜੋਗ ਦਾ ਇਹ ਜੋ ਦੋਵੇਂ ਅਰਥ ਜਿਹੜੇ ਹਨ ਇੱਥੇ ਲੱਗਦੇ ਹਨ, ਭਾਵ ਕਿ ਜਿਹੜਾ ਸੰਸਾਰ ਤੋਂ ਤੋੜ ਕਰਕੇ ਜੁੜਨਾ ਜਿਹੜਾ ਇਸ ਅਰਥ ਦੇ ਵਿੱਚ ਆਪਾਂ ਲਈਏ, ਸੰਸਾਰ ਤੋਂ ਤੋੜ ਕਰਕੇ ਜੋ ਪਰਮਾਤਮਾ ਤੱਕ ਜੋੜ ਦਿੰਦਾ ਉਹ ਅਸਲੀ ਜੋਗ ਹੈ। ਭਾਵ ਕਿ ਫਿਰ ਇਹ ਨਹੀਂ ਹੈ ਕਿ ਇਹ ਅਸ਼ਟਾਂਗ ਜੋਗ ਹੈ, ਇਹ ਪ੍ਰਾਣਾਯਾਮ ਹੈ, ਇਹ ਧਾਰਨਾ ਹੈ, ਯਮ ਨਿਜਮ ਸੰਯਮ ਹੈ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਅਸਲ ਦੇ ਵਿੱਚ ਇਹ ਸਹਿਜ ਯੋਗ ਇਹ ਭਗਤੀ ਯੋਗ ਅਸੀਂ ਕਰਦੇ ਹਾਂ। ਇਹਦੇ ਵਿੱਚ ਤੁਸੀਂ ਭਰਮ ਨਾ ਕਰਨਾ ਕਰੋ। ਸ਼੍ਰੀ ਮੁਖ ਵਾਕ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਫਿਰ ਪਿਆਰਿਓ ਇੱਥੇ ਇਹ ਜੋ ਸ਼ਲੋਕ ਹੁਣ ਜਿਹੜਾ ਆ ਰਿਹਾ ਨਾ, ਇਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਪਹਿਲਾਂ ਜਿਹੜਾ ਆਪ ਜੀ ਨੇ ਸਰਵਣ ਕੀਤਾ ਸ਼ਬਦ ਜੋਗ ਨਾ ਖਿੰਥਾ,
ਜੋਗ ਨਾ ਡੰਡੈ। ਆ ਜਿਹੜਾ ਸ਼ਬਦ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਇਹ ਜਿਹੜਾ ਸ਼ਬਦ ਹੁਣ ਆਪਨੇ ਸ਼ਲੋਕ ਜੋ ਸਰਵਣ ਕਰਨਾ ਕੀਤਾ ਕਿ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਵ। ਇੱਥੇ ਪਿਆਰਿਓ ਕਵੀ ਰਾਜ ਜੀ ਨੇ ਇਹਨਾਂ ਦਾ ਜਿਹੜਾ ਸੰਵਾਦ ਹੋਇਆ ਸੀ ਜੋਗੀਆਂ ਦੇ ਨਾਲ, ਇਸ ਪ੍ਰਥਾਏ ਉਚਾਰਨ ਕੀਤਾ। ਇਸ ਤਰ੍ਹਾਂ ਕਵੀ ਰਾਜ ਜੀ ਨੇ ਇੱਥੇ ਵਰਣਨ ਕਰਨਾ ਕੀਤਾ। ਜੇ ਆਪਾਂ ਸੰਪਰਦਾਇ ਇਤਿਹਾਸ ਪੜ੍ਹਦੇ ਆ, ਉਹਦੇ ਵਿੱਚ ਪਿਆਰਿਓ ਇਹਦੀ ਉਥਾਨਕਾ ਇਸ ਤਰ੍ਹਾਂ ਆਉਂਦੀ ਹੈ। ਜਦੋਂ ਭਾਈ ਬਾਲਾ ਜੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ, ਆ ਕਰਕੇ ਜਦੋਂ ਗੁਰ ਅੰਗਦ ਦੇਵ ਜੀ ਮਹਾਰਾਜ ਜੀ ਨੇ ਪੁੱਛਿਆ ਕਿ ਭਾਈ ਤੁਹਾਡਾ ਕੌਣ ਗੁਰੂ ਹੈ, ਤਾਂ ਗੁਰ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਗੁਰੂ ਹਨ ਤੇ ਮੇਰਾ ਨਾਮ ਜਿਹੜਾ ਭਾਈ ਬਾਲਾ ਹੈ। ਸੁਣ ਕਰਕੇ ਸਤਿਗੁਰੂ ਮਹਾਰਾਜ ਬਹੁਤ ਜ਼ਿਆਦਾ ਗਦਗਦ ਹੋ ਗਏ। ਭਾਈ ਬਾਲੇ ਨੂੰ ਆਪਣੀ ਗਲ ਵਕੜੀ ਲੈਣਾ ਕੀਤਾ, ਬੜਾ ਪ੍ਰੇਮ ਕੀਤਾ। ਫਿਰ ਬਾਅਦ ਦੇ ਵਿੱਚ ਭਾਈ ਬਾਲਾ ਜੀ ਨੇ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਬਚਨ ਕੀਤਾ ਕਿ ਆ ਸਤਿਗੁਰੂ ਮਹਾਰਾਜ, ਜਦੋਂ ਵੀ ਗੁਰੂ ਦੇ ਕੋਲ ਆਈਦਾ ਤੇ ਗੁਰੂ ਤੋਂ ਦੀਖਿਆ ਲਈਦੀ ਹੁੰਦੀ ਹੈ, ਗੁਰੂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਹੁਣ ਕਿਰਪਾ ਕਰੋ ਸਤਿਗੁਰੂ ਮਹਾਰਾਜ, ਮੈਨੂੰ ਆਪਣਾ ਸੇਵਕ ਆਪਣਾ ਸਿੱਖ ਜਾਣ ਕਰਕੇ ਮੈਨੂੰ ਗੁਰੂ ਦੀਖਿਆ ਦੇਣਾ ਕਰੋ, ਮੈਨੂੰ ਸਿੱਖਿਆ ਦਿਓ। ਤਾਂ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹ ਸ਼ਬਦ ਜਿਹੜਾ ਹੈ ਉਥੇ ਉਚਾਰਨ ਕਰਨਾ ਕੀਤਾ ਕਿ ਦੀਖਿਆ ਆਖ ਬੁਝਾਇਆ, ਕਿ ਭਾਈ ਤੇ ਤੁਸੀਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ਼ਿਸ਼ ਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਪ ਜੀ ਨੇ ਗੁਰੂ ਧਾਰਨ ਕਰਨਾ ਕੀਤਾ, ਭਾਵ ਕਿ ਆਪ ਜੀ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖ ਕਰਕੇ ਦੀਖਿਆ ਜਿਹੜੀ ਹੈ, ਸਿੱਖਿਆ ਜਿਹੜੀ ਹੈ ਆਪ ਜੀ ਨੂੰ ਦਿੱਤੀ ਹੈ। ਸਿਫਤੀ ਸੱਚ ਸਮਿਓ, ਤੇ ਆਪ ਜੀ ਜੋ ਪਰਮਾਤਮਾ ਦੀ ਸਿਫਤ ਸਲਾਹ ਹੈ ਉਹਦੇ ਵਿੱਚ ਸਮਾਹਿਤ ਹੋਏ ਹੋ, ਭਾਵ ਕਿ ਉਹਦੇ ਵਿੱਚ ਤੁਸੀਂ ਮਿਲ ਗਏ ਹੋ। ਸਦਾ ਤੁਸੀਂ ਪਰਮਾਤਮਾ ਦੀ ਭਜਨ ਬੰਦਗੀ ਸਿਫਤੀ ਕਰਨ ਵਾਲੇ ਹੋ। ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਵ। ਉਹਨਾਂ ਨੂੰ ਪਿਆਰਿਓ ਕੀ ਉਪਦੇਸ਼ ਦੇਣਾ ਚਾਹੀਦਾ, ਉਹਨਾਂ ਨੂੰ ਉਪਦੇਸ਼ ਦੇਣ ਦੀ ਲੋੜ ਨਹੀਂ ਪੈਂਦੀ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਪਣਾ ਗੁਰੂ ਧਾਰਨ ਕਰਨਾ ਕੀਤਾ। ਭਾਵ ਕਿ ਆਪ ਜੀ ਤਾਂ ਆਦਿ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀਆਂ ਨੂੰ ਗੁਰੂ ਧਾਰਨ ਕੀਤਾ ਹੈ। ਇਸ ਕਰਕੇ ਅਸੀਂ ਆਪ ਜੀ ਨੂੰ ਉਪਦੇਸ਼ ਦੇ ਨਹੀਂ ਸਕਦੇ ਹਾਂ। ਉਹਨੂੰ ਕੌਣ ਉਪਦੇਸ਼ ਦੇਣਾ ਕਰੇ? ਭਾਵ ਕਿ ਪਿਆਰਿਓ ਜਿਹੜਾ ਸਤਿਗੁਰੂ ਮਹਾਰਾਜ ਜੀ ਤੋਂ ਉਪਦੇਸ਼ ਲੈ ਲਵੇ, ਫਿਰ ਉਹ ਜਾ ਕਰਕੇ ਪਿਆਰਿਓ ਕਿੱਥੇ ਡੇਰਿਆਂ ਦੇ ਵਿੱਚ ਜਾਂ ਕਿੱਥੇ ਜਾ ਕਰਕੇ ਕੰਨਾ ਮੁੰਨਾ ਫੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ, ਇੱਥੇ ਫਿਰ ਜਾ ਕਰਕੇ ਡੇਰਿਆਂ ਦੇ ਵਿੱਚ ਜਾਂ ਕਈ ਇਹੋ ਜਿਹੇ ਅਖੌਤੀ ਬਾਬੇ ਉਹਨਾਂ ਸਤਿਗੁਰੂ ਮਹਾਰਾਜ ਜੀ ਤੋਂ ਉਪਦੇਸ਼ ਲੈ ਲਿਆ, ਉਹਨਾਂ ਨੂੰ ਫਿਰ ਦੂਜੇ ਥਾਂ ਤੇ ਜਾ ਕਰਕੇ ਉਪਦੇਸ਼ ਲੈਣ ਦੀ ਲੋੜ ਨਹੀਂ ਬਣਦੀ ਹੈ। ਉਹਨਾਂ ਨੂੰ ਤਾਂ ਇਹੀ ਚਾਹੀਦਾ ਕਿ ਜੋ ਸਤਿਗੁਰੂ ਮਹਾਰਾਜ ਜੀ ਨੇ ਜੋ ਸਾਨੂੰ ਦੀਖਿਆ ਦਿੱਤੀ ਹੈ, ਸਿੱਖਿਆ ਦਿੱਤੀ ਹੈ, ਉਹਦੇ ਉੱਤੇ ਚੱਲ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ। ਇਸ ਕਰਕੇ ਪਿਆਰਿਓ ਜਦੋਂ ਕੋਈ ਜਿਗਿਆਸੂ ਜਿਹੜਾ ਹੈ ਅੰਮ੍ਰਿਤ ਅਬਲਾਖੀ ਜਦੋਂ ਗੁਰੂ ਘਰ ਦੇ ਵਿੱਚ ਆ ਕਰਕੇ ਪੰਜ ਸਿੰਘ ਸਾਹਿਬਾਨਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ, ਗੁਰੂ ਵਾਲਾ ਬਣ ਜਾਂਦਾ, ਤਾਂ ਫਿਰ ਗੁਰੂ ਘਰ ਦੇ ਵਿੱਚੋਂ ਉਹਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ, ਦੀਖਿਆ ਪ੍ਰਾਪਤ ਹੁੰਦੀ ਹੈ। ਇੱਕ ਵਾਰੀ ਪਿਆਰਿਓ ਅੰਮ੍ਰਿਤ ਦੀ ਦਾਤ ਲੈ ਕਰਕੇ ਤੁਸੀਂ ਗੁਰੂ ਘਰ ਦੇ ਵਿੱਚੋਂ ਦੀਖਿਆ ਲੈ ਲਿਓ, ਸਿੱਖਿਆ ਲੈ ਲਿਓ, ਫਿਰ ਤੁਹਾਨੂੰ ਕਿੱਥੇ ਵੀ ਜਾ ਕਰਕੇ ਸਿੱਖਿਆ ਲੈਣ ਦੀ ਲੋੜ ਹੀ ਨਹੀਂ ਬਣਦੀ ਹੈ। ਕਿਉਂਕਿ ਜੋ ਸਿੱਖਿਆ ਦੇਣੀ ਹੈ ਗੁਰੂ ਘਰ ਦੇ ਵਿੱਚੋਂ ਪੰਜ ਪਿਆਰਿਆਂ ਨੇ ਆਪ ਜੀ ਨੂੰ ਦੇ ਦਿੱਤਾ, ਹੁਣ ਉਹਦੀ ਕਮਾਈ ਕਰਨੀ ਚਾਹੀਦੀ ਹੈ। ਕੀ ਸਾਨੂੰ ਦੀਖਿਆ ਦਿੰਦੇ ਹਨ ਕਿ ਭਾਈ ਨਿਤ ਜਿਹੜਾ ਘੱਟ ਤੋਂ ਘੱਟ 2.5 ਘੰਟੇ ਗੁਰੂ ਕਾ ਸਿਮਰਨ ਕਰਨਾ, ਗੁਰਬਾਣੀ ਦਾ ਜਿਹੜਾ ਹੈ ਜਾਪ ਕਰਨਾ, ਤੇ ਵੱਧ ਤੋਂ ਵੱਧ ਸੇਵਾ ਕਰਨੀ ਹੈ। ਜੋ ਵੀ ਆਪ ਜੀ ਕਮਾਈ ਕਰੋਗੇ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਜਿਹੜਾ ਗੁਰੂ ਕੇ ਨਿਮਿਤ ਕੱਢਣਾ, ਤੇ ਫਿਰ 5 ਕਕਾਰਾਂ ਦੇ ਧਾਰਨੀ ਬਣਨਾ ਹੈ। 4 ਬੱਜਰ ਕੁਰੈਤ ਜਿਹੜੇ ਹਨ ਉਹਨਾਂ ਤੋਂ ਬਚ ਕੇ ਰਹਿਣਾ, ਤੇ ਧੀਰ ਮਲੀਏ, ਰਾਮ ਰਾਈਏ, ਨੜੀ ਮਾਰ, ਕੁੜੀ ਮਾਰ, ਸਿਰ ਗੁੰਮ ਆਦਿਕ ਇਹਨਾਂ ਦਾ ਸੰਗ ਨਹੀਂ ਕਰਨਾ।
ਇਹ ਪਿਆਰਿਓ ਸਿੱਖਿਆ ਜਿਹੜੀ ਹੈ ਆਪ ਨੂੰ ਜਦੋਂ ਆਪਾਂ ਅੰਮ੍ਰਿਤ ਦੀ ਦਾਤ ਲੈਂਦੇ ਹਾਂ ਗੁਰੂ ਘਰ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਲੋਂ ਪਿਆਰਿਓ ਇਹ ਸਾਨੂੰ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਇੱਕ ਵਾਰੀ ਗੁਰੂ ਘਰ ਦੇ ਵਿੱਚੋਂ ਦੀਖਿਆ ਜਿਹੜਾ ਲੈ ਲੈਂਦਾ ਫਿਰ ਉਹਨੂੰ ਜਾ ਕਰਕੇ ਦੂਜੇ ਪਾਸੇ ਦੀਖਿਆ ਲੈਣ ਦੀ ਕੋਈ ਲੋੜ ਨਹੀਂ ਹੁੰਦੀ ਹੈ। ਹੁਣ ਪਿਆਰਿਓ ਇੱਥੇ ਜਿਹੜਾ ਇਹ ਤਾਂ ਸੰਪਰਦਾਈ ਜੋ ਅਰਥ ਹੋਇਆ ਉਹਨਾਂ ਨੇ ਜੋ ਸਾਖੀ ਉਚਾਰਨ ਕਰਨੀ ਕੀਤੀ ਉਥਾਨਕਾ, ਇੱਥੇ ਆ ਸ਼ਬਦ ਜਿਹੜਾ ਹੈ ਇਹਨਾਂ ਜੋਗੀਆਂ ਦੇ ਨਾਲ ਇਹ ਵਰਤਣਾ ਕੀਤਾ, ਇਹਦਾ ਭਾਵ ਵੀ ਪਿਆਰਿਓ ਸਾਨੂੰ ਸਮਝਣਾ ਚਾਹੀਦਾ, ਕਿਉਂਕਿ ਇਹ ਜਿਹੜੇ ਜੋਗੀ ਆਏ ਸਨ ਇਹਨਾਂ ਦੇ ਮਨ ਦੇ ਵਿੱਚ ਇਹ ਧਾਰਨਾ ਸੀ ਕਿ ਚਲੋ ਆਪਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਜਾਈਏ ਤੇ ਜਾ ਕਰਕੇ ਮਹਾਰਾਜ ਜੀ ਨੂੰ ਬੇਨਤੀ ਕਰੀਏ, ਮਹਾਰਾਜ ਸਾਨੂੰ ਗੁਰੂ ਧਾਰਨ ਕਰਨਾ ਕਰੋ, ਸਾਡੇ ਤੋਂ ਸਿੱਖਿਆ ਲਿਓ, ਸਾਡੇ ਤੋਂ ਤੁਸੀਂ ਦੀਖਿਆ ਲੈਣਾ ਕਰੋ। ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਨਹੀਂ ਭਾਈ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਗੁਰੂ ਧਾਰਨ ਕਰਨਾ ਕੀਤਾ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਤੋਂ ਸਿੱਖਿਆ ਦੀਖਿਆ ਦੀ ਪ੍ਰਾਪਤੀ ਕਰਨੀ ਕੀਤੀ, ਉਹਨਾਂ ਨੂੰ ਤੁਸੀਂ ਕੀ ਉਪਦੇਸ਼ ਦੇ ਸਕਦੇ ਹੋ? ਭਾਵ ਕਿ ਅਸਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਦੀਖਿਆ ਲਈ ਹੈ, ਸਾਨੂੰ ਲੋੜ ਨਹੀਂ ਹੈ ਕਿ ਅਸੀਂ ਤੁਹਾਡੇ ਤੋਂ ਵੀ ਦੀਖਿਆ ਪ੍ਰਾਪਤ ਕਰਨਾ ਕਰੀਏ। ਚੌਪਈ ਇਮ ਸੁਨ ਸਿੱਧ ਭਏ ਸੋ ਪ੍ਰਸੰਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਸੁਣ ਕਰਕੇ ਸਿੱਧ ਬਹੁਤ ਜ਼ਿਆਦਾ ਪ੍ਰਸੰਨ ਹੋਏ। ਸ੍ਰੀ ਨਾਨਕ ਤੁਮ ਰੂਪ ਸੋ ਧਨ। ਤੇ ਇਹਨਾਂ ਨੇ ਕਿਹਾ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਪ ਜੀ ਰੂਪ ਹੋ, ਸਾਨੂੰ ਪਤਾ ਚੱਲ ਗਿਆ, ਅਸੀਂ ਤਾਂ ਪਰਖ ਕਰਨ ਵਾਸਤੇ ਆਏ ਸਾਂ, ਲੇਕਿਨ ਵੇਖ ਲਿਆ ਕਿ ਤੁਹਾਡੇ ਵਿੱਚ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿੱਚ ਕੋਈ ਅੰਤਰ ਨਹੀਂ ਹੈ। ਉਚਿਤ ਜਾਨ ਤੁਮਕੋ ਦਈ ਗਾਦੀ। ਸਤਿਗੁਰੂ ਮਹਾਰਾਜ ਜੀ ਨੇ ਉਚਿਤ ਜਾਣ ਕਰਕੇ ਆਪ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਮਾਨ ਕਰਨਾ ਕੀਤਾ। ਗੁਰਬਾਣੀ ਦੇ ਵਿੱਚ ਵੀ ਪਿਆਰਿਓ ਇਹ ਬਚਨ ਆਪਾਂ ਪੜ੍ਹਦੇ ਆ, ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ, ਜੇ ਕਿਓ ਨਾ ਜਾਂ ਸੁਧੋਸ ਤਾਂ ਲਹਿਣਾ ਟਿਕਿਓ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਿਆਰਿਓ ਹਰ ਤਰ੍ਹਾਂ ਦੇ ਨਾਲ ਪਰਖ ਕਰਨੀ ਕੀਤੀ ਹੈ, ਹਰ ਤਰ੍ਹਾਂ ਦੇ ਨਾਲ ਘੋਖਣਾ ਕੀਤੀ, ਤੇ ਫਿਰ ਜਾਂ ਸੁਧੋਸ ਜਦੋਂ ਸੌਦਾ ਲਾਇਆ ਤਾਂ ਲਹਿਣਾ ਟਿਕਿਓ। ਤਾਂ ਬਾਬਾ ਲਹਿਣਾ ਜੀ ਸਤਿਗੁਰੂ ਮਹਾਰਾਜ ਜੀ ਦੀ ਪਰਖ ਦੇ ਉੱਤੇ ਕਸੌਟੀ ਦੇ ਉੱਤੇ ਪੂਰੇ ਉਤਰੇ ਹਨ। ਇਸ ਤਰ੍ਹਾਂ ਪਿਆਰਿਓ ਕਈ ਵਾਰੀ ਆਪਾਂ ਵੇਖਦੇ ਹਾਂ ਕਈ ਥਾਵਾਂ ਤੇ ਜਦੋਂ ਕੋਈ ਡੇਰੇਦਾਰ ਵਰਦੇ ਹਨ, ਉਹ ਪਰਖ ਕਰਕੇ ਜਦੋਂ ਪਿਆਰਿਓ ਸੱਚਮੁੱਚ ਉਹਦੇ ਅੰਦਰ ਉਹ ਲਿਆਕਤ ਹੈ ਤਾਂ ਉਹ ਕਹਿ ਦਿੰਦੇ ਕਿ ਭਾਈ ਬੜਾ ਵਧੀਆ ਕੰਮ ਕਰਨਾ ਕੀਤਾ, ਤੁਸਾਂ ਨੇ ਆਪਣੀ ਥਾਂ ਤੇ ਫਲਾਣੇ ਨੂੰ ਬਿਠਾਇਆ, ਇਹ ਯੋਗ ਵਿਅਕਤੀ ਹੈ। ਲੇਕਿਨ ਪਿਆਰਿਓ ਗਲਤ ਕੰਮ ਹੋ ਜਾਵੇ, ਜੇ ਫਿਰ ਗਲਤ ਕੇ ਨੂੰ ਬਿਠਾ ਦਿੱਤਾ ਤੇ ਫਿਰ ਹਰ ਕੋਈ ਉਹਦਾ ਤਿਰਸਕਾਰ ਕਰਦਾ, ਕਹਿੰਦਾ ਕਿ ਭਾਈ ਇਹ ਕੰਮ ਠੀਕ ਨਹੀਂ ਹੋਇਆ, ਇਹਦੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ, ਫਿਰ ਵੀ ਜ਼ਬਰਦਸਤੀ ਇਹਨਾਂ ਨੂੰ ਬਿਠਾ ਦਿੱਤਾ ਗਿਆ। ਇਹੀ ਤਾਂ ਪਰਖ ਕਰਨ ਵਾਸਤੇ ਜੋਗੀ ਆਏ ਸਨ। ਤੇ ਸਤਿਗੁਰੂ ਮਹਾਰਾਜ ਜੀ ਦੀ ਜਦੋਂ ਇਹਨਾਂ ਨੇ ਉਂਝੀ ਪਿਆਰਿਓ ਕਥਨੀ ਦੇ ਉੱਤੇ ਨਹੀਂ ਗਏ, ਆਪ ਸਤਿਗੁਰੂ ਮਹਾਰਾਜ ਜੀ ਦੀ ਪਰਖ ਕਰਨੀ ਕੀਤੀ ਹੈ, ਟਟੋਲਣਾ ਕੀਤਾ। ਜਦੋਂ ਮਹਾਰਾਜ ਜੀ ਦੀ ਅਵਸਥਾ ਤੋਂ ਇਹ ਮੁਖਾਤਿਫ ਹੋਏ ਤਾਂ ਇਹਨਾਂ ਨੇ ਕਹਿ ਦਿੱਤਾ, ਸਤਿਗੁਰੂ ਮਹਾਰਾਜ ਆਪ ਜੀ ਧੰਨ ਹੋ। ਤੇ ਆਪ ਜੀ ਨੂੰ ਉਚਿਤ ਜਾਣ ਕਰਕੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਮਾਨ ਕੀਤਾ। ਸਿੱਖ ਉਧਾਰਹੁ ਕਰ ਅਹਲਾਦੀ। ਹੁਣ ਮਹਾਰਾਜ ਆਪ ਜੀ ਕਿਰਪਾ ਕਰਕੇ ਆਪਣੇ ਸੇਵਕ ਸਿੱਖਾਂ ਦਾ ਉਧਾਰ ਕਰਨਾ ਕਰੋ। ਕਰ ਆਦੇਸ਼ ਆਦੇਸ਼ ਚਲੇ। ਇਸ ਤਰ੍ਹਾਂ ਪਿਆਰਿਓ ਜਿਹੜੇ ਜੋਗੀ ਪਰਖ ਕਰਨ ਵਾਸਤੇ ਆਏ, ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਉਹਨਾਂ ਦਾ ਮਨ ਜਦੋਂ ਮੰਨ ਗਿਆ ਪ੍ਰਸੰਨ ਹੋ ਕਰਕੇ ਚੱਲ ਗਏ। ਉੱਤਰ ਲੇਕਰ ਕਹਿਤ ਭਲੇ ਹੈ। ਤੇ ਫਿਰ ਮਹਾਰਾਜ ਜੀ ਨੂੰ ਜਾਣ ਲੱਗਿਆ ਆਦੇਸ਼ ਆਦੇਸ਼ ਕੀਤਾ, ਤੇ ਮਹਾਰਾਜ ਜੀ ਤੋਂ ਉੱਤਰ ਲੈ ਕਰਕੇ ਇਹ ਧਨਤਾ ਦੇ ਜੋਗ ਬਣ ਗਏ। ਸ੍ਰੀ ਨਾਨਕ ਕਲ ਯੁਗ ਮਹਿ ਭਾਰੇ। ਤੇ ਫਿਰ ਜਾਣ ਲੱਗਿਆ ਇਹਨਾਂ ਨੇ ਕਿਹਾ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕਲ ਯੁਗ ਦੇ ਵਿੱਚ
ਧਰ ਅਵਤਾਰ ਅਧਿਕ ਨਰ ਤਾਰੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਲਯੁਗ ਦੇ ਵਿੱਚ ਆਪਣਾ ਅਵਤਾਰ ਧਾਰਨ ਕਰਨਾ ਕੀਤਾ ਤੇ ਅਨੇਕ ਜੀਆਂ ਦਾ ਉਧਾਰ ਕੀਤਾ ਹੈ। ਮਾਰਗ ਸਗਲ ਸਰਾਹਤ ਗਏ। ਇਸ ਤਰ੍ਹਾਂ ਪਿਆਰਿਓ ਜਦੋਂ ਮਹਾਰਾਜ ਜੀ ਦੀ ਪਰਖ ਕੀਤੀ, ਜਦੋਂ ਵੇਖਿਆ ਕਿ ਸਤਿਗੁਰੂ ਮਹਾਰਾਜ ਤਾਂ ਗੁਣਵਾਨ ਹਨ, ਕੋਈ ਮਹਾਰਾਜ ਜੀ ਦੇ ਅੰਦਰ ਭਿੰਨ ਭੇਦਤਾ ਨਹੀਂ ਹੈ ਗੁਰੂ ਨਾਨਕ ਦੇਵ ਜੀ ਦੇ ਵਿੱਚ ਤੇ ਗੁਰੂ ਅੰਗਦ ਦੇਵ ਜੀ ਦੇ ਵਿੱਚ, ਫਿਰ ਪਿਆਰਿਓ ਬੜੇ ਪ੍ਰਸੰਨ ਹੋ ਕਰਕੇ ਇਹ ਵੱਡੇ ਵੱਡੇ ਸਿੱਧ ਜਾਣ ਲੱਗਿਆਂ ਪਿਆਰਿਓ ਰਾਸਤੇ ਦੇ ਵਿੱਚ ਜਾਂਦਿਆਂ ਵੀ ਮਹਾਰਾਜ ਜੀ ਦੀ ਬੜੀ ਇਹਨਾਂ ਨੇ ਸਿਫਤ ਕਰਨੀ ਕੀਤੀ। ਉਚਿਤ ਲਖੇ ਨਿਜ ਥਲ ਥਿਤ ਕੀਏ। ਤੇ ਆਪਸ ਦੇ ਵਿੱਚ ਕਹਿੰਦੇ ਕਿ ਭਾਈ ਦੇਖੋ ਗੁਰੂ ਅੰਗਦ ਦੇਵ ਜੀ ਮਹਾਰਾਜ ਤਾਂ ਸ਼ੁਭ ਗੁਣਾਂ ਦੇ ਨਾਲ ਭਰੇ ਹੋਏ ਹਨ, ਇਹਨਾਂ ਨੂੰ ਗੁਰਤਾ ਗੱਦੀ ਦੇ ਉਚਿਤ ਜਾਣ ਕੇ ਹੀ ਲੱਗਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਮਾਨ ਕਰਨਾ ਕੀਤਾ। ਇਮ ਸ਼੍ਰੀ ਅੰਗਦ ਉੱਤਰ ਦੀ। ਇਸ ਤਰ੍ਹਾਂ ਪਿਆਰਿਓ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉੱਤਰ ਦੇ ਕਰਕੇ ਸਿੱਧਾਂ ਨੂੰ ਨਿਰ ਉੱਤਰ ਕਰਨਾ ਕੀਤਾ। ਸਿੱਖ ਚਹੁ ਦਿਸ਼ ਵਿੱਚ ਆਪ ਅਸੀਂ ਨੇ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਸਿੱਖਾਂ ਦੇ ਵਿਚਕਾਰ ਬੈਠੇ ਹੋਏ ਹਨ ਆਸਣ ਲਾ ਕਰਕੇ। ਇਸ ਪ੍ਰਕਾਰ ਕੁਛ ਦਿਵਸ ਬਿਤਾਏ। ਇਸ ਤਰ੍ਹਾਂ ਪਿਆਰਿਓ ਜਦੋਂ ਸਿੱਖਾਂ ਦਾ ਉਧਾਰ ਕਰਦਿਆਂ ਸਿੱਖਿਆ ਦੀਖਿਆ ਦੇਂਦਿਆਂ ਕੁਛ ਕੋ ਦਿਨ ਜਦੋਂ ਬਤੀਤ ਹੋਏ। ਦਿਨ ਪ੍ਰਤ ਬਿਦਤਹਿ ਜਗ ਅਧਿਕਾਏ। ਦਿਨ ਪ੍ਰਤੀ ਦਿਨ ਸਤਿਗੁਰੂ ਮਹਾਰਾਜ ਜੀ ਦਾ ਜਸ ਜਿਹੜਾ ਸਾਰੇ ਸੰਸਾਰ ਦੇ ਵਿੱਚ ਫੈਲ ਰਿਹਾ ਹੈ। ਦਿੱਲੀ ਕਾ ਹੁਮਾਊ ਪਾਸ਼ਾਹੂ। ਹੁਣ ਪਿਆਰਿਓ ਇਥੋਂ ਪ੍ਰਕਰਨ ਜਿਹੜਾ ਬਦਲ ਰਿਹਾ, ਆ ਜਿਹੜਾ ਪ੍ਰਕਰਨ ਸੀ ਨਾ ਇਹ ਤਾਂ ਸਿੱਧਾਂ ਦੇ ਨਾਲ। ਹੁਣ ਪਿਆਰਿਓ ਜੋ ਦਿੱਲੀ ਦਾ ਬਾਦਸ਼ਾਹ ਜਿਹੜਾ ਹੈ ਹੁਮਾਯੂ ਜੀ ਦਾ ਨਾਮ, ਇਹਦੇ ਪਿਓ ਦਾ ਨਾਮ ਸੀ ਬਾਬਰ, ਇਹ ਬਾਬਰ ਦਾ ਲੜਕਾ ਸੀ। ਭਇਓ ਰਾਜ ਬੜ ਸਭ ਜਗ ਮਾਹੂ। ਸਾਰੇ ਜਗਤ ਦੇ ਵਿੱਚ ਇਹਦਾ ਬਹੁਤ ਵੱਡਾ ਰਾਜ ਪਾਟ ਸਥਾਪਿਤ ਹੋਇਆ ਸੀ। ਹਿੰਦੁਸਤਾਨ ਦੇ ਉੱਤੇ ਇਹਨੇ ਆਪਣਾ ਰਾਜ ਕਾਇਮ ਕਰਨਾ ਕੀਤਾ। ਦਵੈ ਭਰਾਤਾ ਪਠਾਨ ਬੜ ਸੂਰੇ। ਉਸ ਵੇਲੇ ਦੋ ਜਿਹੜੇ ਪਠਾਨ ਭਰਾ ਜਿਹੜੇ ਸਨ, ਬੜ ਉਮਰਾਓ ਸੁਕੀਨ ਹਦੂਰੇ। ਇਹਨਾਂ ਨੇ ਦੋ ਇਹ ਪਠਾਨਾਂ ਨੇ ਕੀ ਕਰਨਾ ਕੀਤਾ, ਵੱਡੇ ਵੱਡੇ ਜੋ ਅਹਿਲਕਾਰ ਉਮਰਾਓ ਜਿਹੜੇ ਹਨ, ਜਿਨ੍ਹਾਂ ਨੂੰ ਵਜ਼ੀਰ ਖਾਸ ਆਪਾਂ ਬੋਲਦੇ ਆ, ਜਿਨ੍ਹਾਂ ਨੂੰ ਅਜੋਕੇ ਜ਼ਮਾਨੇ ਦੇ ਵਿੱਚ ਮੰਤਰੀ ਆਦਿਕ ਬੋਲਦੇ, ਇਹਨਾਂ ਪਠਾਨ ਭਰਾਵਾਂ ਨੇ ਹੁਮਾਯੂ ਦੇ ਬਹੁਤ ਸਾਰੇ ਉਮਰਾਓ ਮੰਤਰੀਆਂ, ਇਹਨਾਂ ਨੇ ਕੀ ਕਰਨਾ ਕੀਤਾ, ਜਦੋਂ ਸਾਰੇ ਇਹਨਾਂ ਦੇ ਪੱਖੀ ਬਣ ਗਏ ਤੇ ਇਹਨਾਂ ਨੇ ਬਗਾਵਤ ਕਰ ਦਿੱਤੀ ਹੈ ਤੇ ਦਿੱਲੀ ਦਾ ਬਾਦਸ਼ਾਹ ਹੁਮਾਯੂ ਉਹਦੇ ਨਾਲ ਇਹ ਵਿਗੜ ਗਏ। ਗਰਭ ਠਾਨ ਚਾਹਤ ਪੇ ਜੰਗ। ਇਹ ਇਹਨਾਂ ਦੇ ਅੰਦਰ ਇੰਨਾ ਜ਼ਿਆਦਾ ਹੁਣ ਪਿਆਰਿਓ ਗਰਭ ਆ ਗਿਆ ਤੇ ਹੁਣ ਇਹ ਚਾਹੁੰਦੇ ਸਨ ਕਿ ਭਾਈ ਹੁਮਾਯੂ ਦੇ ਨਾਲ ਦੋ ਹੱਥ ਕੀਤੇ ਜਾਣ। ਇੱਕ ਸਲੇਮ ਸ਼ਾਹ ਤਿਸ ਨਾਮ। ਇੱਕ ਜਿਹੜਾ ਨਾ ਇਹਨਾਂ ਦੋਵਾਂ ਦੇ ਵਿੱਚ ਉਹਦਾ ਨਾਮ ਸੀ ਸਲੇਮ ਸ਼ਾਹ। ਸ਼ੇਰ ਸ਼ਾਹ ਦੂਸਰ ਬਲਧਾਮ। ਦੂਜੇ ਦਾ ਨਾਮ ਜਿਹੜਾ ਸ਼ੇਰ ਸ਼ਾਹ ਸੂਰੀ ਹੈ, ਕਿਉਂਕਿ ਸੂਰੀ ਪਿਆਰਿਓ ਇਹਨਾਂ ਦੀ ਗੋਤ ਹੈ। ਤੇ ਵੱਡੇ ਦਾ ਨਾਮ ਜਿਹੜਾ ਸਲੇਮ ਸ਼ਾਹ, ਇਤਿਹਾਸ ਦੇ ਵਿੱਚ ਪਿਆਰਿਓ ਇਹਨੂੰ ਸੁਲੇਮਾਨ ਕਰਕੇ ਵੀ ਕਈ ਵਾਰੀ ਉਚਾਰਨ ਕੀਤਾ ਗਿਆ। ਤੇ ਦੂਜਾ ਜਿਹੜਾ ਸ਼ੇਰ ਸ਼ਾਹ ਸੂਰੀ, ਇਹਨਾਂ ਦੋਵਾਂ ਨੇ ਮਿਲ ਕਰਕੇ ਆਕੀ ਦੁਰਗ ਪ੍ਰਯਾਗ ਕਰ ਲੀਨਾ। ਸਭ ਤੋਂ ਪਹਿਲੇ ਇਹਨਾਂ ਨੇ ਜੋ ਪ੍ਰਯਾਗ ਰਾਜ ਜਿਹੜਾ, ਜਿਹਦਾ ਨਾਮ ਇਹਨਾਂ ਨੇ ਬਾਅਦ ਵਿੱਚ ਬਦਲ ਕਰਕੇ ਅਲਾਹਾਬਾਦ ਕਰ ਦਿੱਤਾ। ਪ੍ਰਯਾਗ ਰਾਜ ਤ੍ਰਿਬੇਣੀ ਜਿਹਨੂੰ ਬੋਲਦੇ ਆ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਤ੍ਰਿਬੇਣੀ ਕਰਕੇ ਇਹਦਾ ਸੰਬੋਧਨ ਮਹਾਰਾਜ ਜੀ ਨੇ ਕਰਨਾ ਕੀਤਾ। ਤੇ ਇਸ ਤਰ੍ਹਾਂ ਪਿਆਰਿਓ ਇਹਨਾਂ ਨੇ ਪ੍ਰਯਾਗ ਰਾਗ ਦੇ ਵਿੱਚ ਸਭ ਤੋਂ ਪਹਿਲੇ ਹੱਲਾ ਕਰਕੇ ਸ਼ੇਰ ਸ਼ਾਹ ਸੂਰੀ ਨੇ ਤੇ ਸਲੇਮ ਸ਼ਾਹ ਨੇ ਉੱਥੇ ਕਬਜ਼ਾ ਕੀਤਾ। ਸਕਲ ਸਮਾਜ ਯੁੱਧ ਕੋ ਕੀਨਾ। ਉੱਥੇ ਫਿਰ ਆਪਣਾ ਜਿਹੜਾ ਡੰਡਾ ਡੇਰਾ ਗੱਡ ਕਰਕੇ ਸਾਰਾ ਉੱਥੋਂ ਦਾ ਸਾਜੋ ਸਮਾਨ ਆਪਣੇ ਵਸ ਕਰ ਲਿਆ। ਪੂਰੀ ਆਪਣੀ ਸਲਤਨਤ ਨੂੰ ਇਹਨਾਂ ਨੇ ਵਧਾਇਆ ਹੈ। ਸੁਨ ਹੁਮਾਯੂ ਨੇ ਕੀਨ ਚੜਾਈ। ਜਦੋਂ ਹੁਮਾਯੂ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਇਹ ਸੂਰੀ ਭਰਾਵਾਂ ਨੇ, ਸ਼ੇਰ ਸ਼ਾਹ ਸੂਰੀ ਨੇ ਤੇ ਸਲੇਮ ਸ਼ਾਹ ਨੇ ਅਲਾਹਾਬਾਦ ਦੇ ਉੱਤੇ ਤ੍ਰਿਬੇਣੀ ਦੇ ਉੱਤੇ ਕਬਜ਼ਾ ਕਰਨਾ ਕੀਤਾ, ਤੇ ਹੁਮਾਯੂ ਨੂੰ ਡਰ ਲੱਗ ਗਿਆ। ਉਹਨੂੰ ਲੱਗਿਆ ਕਿ ਭਾਈ ਜੇ ਇਹਦੀ ਸ਼ਕਤੀ ਵੱਧ ਗਈ ਤੇ ਇਹਨੇ ਫਿਰ ਸਿੱਧਾ ਦਿੱਲੀ ਦੇ ਉੱਤੇ ਹਮਲਾ ਕਰਨਾ। ਤੇ ਇਸ ਕਰਕੇ ਉਹਦੇ ਮਨ ਵਿੱਚ ਆਇਆ ਇਹਦੀ ਸ਼ਕਤੀ ਵਧਣ ਤੋਂ ਪਹਿਲਾਂ ਹੀ ਮੈਂ ਇਹਦੇ ਉੱਤੇ ਹਮਲਾ ਕਰਾਂ।
ਇਹਦੇ ਉੱਤੇ ਚੜਾਈ ਕਰਕੇ ਉਹਨੂੰ ਮੈਂ ਖਤਮ ਕਰ ਦਵਾਂ। ਮੂਹ ਪੈਸੈ ਨਾ ਬਹੁ ਸਮੁਦਾਈ। ਉਹਨੇ ਆਪਣੇ ਮਨ ਵਿੱਚ ਵਿਚਾਰ ਕੀਤੀ, ਹੁਮਾਯੂ ਸੋਚਦਾ ਮੇਰੇ ਕੋਲ ਤਾਂ ਬਹੁਤ ਜ਼ਿਆਦੀ ਸੈਨਾ ਹੈ। ਤਿਨ ਕੇ ਨਿਕਟ ਅਲਪ ਹੀ ਅਹੇ। ਸ਼ੇਰ ਸ਼ਾਹ ਸੂਰੀ ਜਿਹੜਾ ਇਹਦੇ ਕੋਲ ਤਾਂ ਬਹੁਤ ਥੋੜੀ ਫੌਜ ਹੈ। ਹਤੂ ਕੇ ਬਾਂਧੂ ਚੜ ਇਮ ਚਹੇ। ਇਸ ਕਰਕੇ ਹਾਲੇ ਇਹਦੀ ਸ਼ਕਤੀ ਜਿਹੜੀ ਹੈ ਘੱਟ ਹੈ, ਇਹ ਹੁਣ ਕਮਜ਼ੋਰ ਹੈ ਮੇਰੇ ਮੁਕਾਬਲੇ ਦੇ ਉੱਤੇ। ਜੇ ਇਹਦੀ ਸ਼ਕਤੀ ਵੱਧ ਗਈ ਤਾਂ ਇਹਦੇ ਨਾਲ ਮੁਕਾਬਲਾ ਕਰਨਾ ਬੜਾ ਮੈਨੂੰ ਕਠਿਨ ਹੋ ਜਾਵੇਗਾ। ਇਸ ਕਰਕੇ ਪਿਆਰਿਓ ਹੁਮਾਯੂ ਨੇ ਕਾੜੀ ਦੇ ਵਿੱਚ ਜਲਦਬਾਜ਼ੀ ਦੇ ਉੱਤੇ ਇਹਦੇ ਉੱਤੇ ਉਹਨੇ ਮਨ ਬਣਾਇਆ ਕਿ ਮੈਂ ਚੜਾਈ ਕਰਕੇ ਜਾਂ ਤਾਂ ਇਹਨੂੰ ਫੜ ਲਵਾਂ ਜਾਂ ਤਾਂ ਇਹਦਾ ਮੈਂ ਕਤਲ ਕਰ ਦਵਾਂ। ਪਹੁੰਚ ਪ੍ਰਯਾਗ ਜੰਗ ਕੋ ਠਾਨਾ। ਇਸ ਤਰ੍ਹਾਂ ਪਿਆਰਿਓ ਇਹਨੇ ਆਪਣੀਆਂ ਫੌਜਾਂ ਨੂੰ ਲੈ ਕਰਕੇ ਦਿੱਲੀ ਤੋਂ ਕੂਚ ਕਰਨਾ ਕੀਤਾ। ਪ੍ਰਯਾਗ ਰਾਗ ਦੇ ਉੱਤੇ ਆ ਕਰਕੇ ਜੰਗ ਆਰੰਭ ਕਰ ਦਿੱਤੀ। ਦੋਹ ਦਿਸ਼ ਬਾਜੇ ਬਜੇ ਮਹਾਨਾ। ਜਦੋਂ ਪਿਆਰਿਓ ਜੰਗ ਹੋਈ ਹੈ, ਦੋ ਦਿਸ਼ਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬਾਜੇ ਨਗਾਰੇ ਭੇਰੀ ਰਣ ਸਿੰਘੇ ਆਦਿਕ ਵੱਜ ਰਹੇ ਹਨ। ਨਿਕਸੇ ਤਬ ਪਠਾਨ ਦਵੈ ਭਾਈ। ਉਸ ਵੇਲੇ ਰਣ ਤੱਤੇ ਦੇ ਵਿੱਚ ਦੋਵੇਂ ਇਹ ਭਰਾ ਸਲੇਮ ਸ਼ਾਹ ਤੇ ਸ਼ੇਰ ਸ਼ਾਹ ਸੂਰੀ ਜਿਹੜਾ ਹੈ ਇਹ ਰਣ ਮੈਦਾਨ ਦੇ ਵਿੱਚ ਨਿਤਰੇ। ਲਸ਼ਕਰ ਮਿਲਤੇ ਮਚੀ ਲੜਾਈ। ਇਹਨਾਂ ਨੇ ਫਿਰ ਆਪਣੀਆਂ ਫੌਜਾਂ ਨੂੰ ਲੈ ਕਰਕੇ ਇਹ ਹੁਮਾਯੂ ਦੀ ਫੌਜ ਦੇ ਉੱਤੇ ਇੱਕਦਮ ਟੁੱਟ ਕੇ ਪੈਣਾ ਕੀਤਾ, ਜੰਗ ਕੀਤੀ। ਤਬ ਹੈ ਪਠਾਨ ਗਹੀ ਕਿਰਪਾਨ। ਪਠਾਨਾਂ ਨੇ ਪਿਆਰਿਓ ਫਿਰ ਆਪਣੀਆਂ ਕਿਰਪਾਨਾਂ ਨੂੰ ਸੂਦ ਕਰਕੇ ਕੱਢ ਕਰਕੇ ਭਏ ਸਮੁਖ ਗਨ ਸ਼ੁਭ ਟਨਹਾਨ। ਤੇ ਸਨਮੁਖ ਹੋ ਕਰਕੇ ਇਹਨਾਂ ਤੁਰਕਾਂ ਦਾ ਜਿਹੜਾ ਹੈ ਮੁਗਲਾਂ ਦਾ ਉਹਨਾਂ ਨੇ ਕਤਲ ਕਰਨਾ ਕੀਤਾ, ਉਹਨਾਂ ਨੂੰ ਮਾਰਨਾ ਕੀਤਾ। ਕਹੋ ਕਹਾਂ ਲਗ ਜੁਧ ਅਖਾਰਾ। ਕਵੀ ਰਾਜੀ ਕਹਿੰਦੇ ਕਿ ਭਾਈ ਆਪਣਾ ਤਾਂ ਇਹ ਵਿਸ਼ਾ ਨਹੀਂ ਹੈ ਉਹ ਯੁੱਧ ਦੇ ਬਾਬਤ ਆਪਾਂ, ਕਿਉਂਕਿ ਅਸਲ ਦੇ ਵਿੱਚ ਹੁਮਾਯੂ ਮਹਾਰਾਜੀ ਦੇ ਕੋਲ ਕਿਸ ਤਰ੍ਹਾਂ ਆਇਆ ਉਹ ਵਰਣਨ ਕਰਨਾ ਇਹ ਤਾਂ ਸਾਡਾ ਵਿਸ਼ਾ ਨਹੀਂ ਹੈ। ਇਸ ਕਰਕੇ ਕਵੀ ਰਾਜ ਜੀ ਕਹਿੰਦੇ ਕਿ ਭਾਈ ਮੈਂ ਤੁਹਾਨੂੰ ਕਿੱਥੋਂ ਤੱਕ ਇਹ ਜੰਗ ਦਾ ਅਖਾੜਾ ਤੁਹਾਨੂੰ ਦੱਸਾਂ। ਲੋਥੈ ਬਿਥਰੀ ਧਰਾ ਮਝਾ। ਧਰਤੀ ਦੇ ਉੱਤੇ ਜਬ ਹੈ ਬ੍ਰਿੰਦ ਤਰਵਾਰਾਂ ਚਾਲੀ। ਜਦੋਂ ਬਹੁਤ ਸਾਰੀਆਂ ਤਲਵਾਰਾਂ ਆਪਸ ਦੇ ਵਿੱਚ ਚੱਲੀਆਂ। ਰੰਗ ਭੂਮਿਕਾ ਪਸਰੀ ਲਾਲੀ। ਉਹ ਜਿਹੜੀ ਹੈ ਭੂਮਿਕਾ ਰਣ ਭੂਮੀ ਦੇ ਵਿੱਚ ਲਾਲੀ ਪਸਰ ਗਈ ਹੈ। ਜਦੋਂ ਕਟਾ ਵੱਡੀ ਹੋਈ ਤੇ ਲਹੂ ਜਿਹੜਾ ਸੂਰਮਿਆਂ ਦਾ ਗਿਰ ਗਿਰ ਕਰਕੇ ਸਾਰਾ ਇਲਾਹਾਬਾਦ ਤ੍ਰਿਵੇਣੀ ਦੀ ਧਰਤੀ ਜਿਹੜੀ ਆ ਲਹੂ ਲੁਹਾਨ ਹੋ ਗਈ, ਲਾਲ ਰੰਗ ਦੀ ਹੋ ਗਈ। ਬਾਦਸ਼ਾਹ ਕੋ ਲਸ਼ਕਰ ਭਾਗਾ। ਤੇ ਬਾਦਸ਼ਾਹ ਦਾ ਹੁਮਾਯੂ ਬਾਦਸ਼ਾਹ ਸੀ, ਉਹਦਾ ਲਸ਼ਕਰ ਜਿਹੜਾ ਡਰ ਗਿਆ ਤੇ ਡਰ ਕਰਕੇ ਉਹ ਭੱਜਣ ਲੱਗ ਪਏ। ਨਹੀਂ ਪਠਾਨਨ ਕੋ ਲਿਏ ਆਗਾ। ਉਹਨਾਂ ਨੇ ਪਠਾਨਾਂ ਦਾ ਆਗਾ ਨਹੀਂ ਰੋਕਣਾ ਕੀਤਾ, ਕਿਉਂਕਿ ਪਠਾਨ ਬੜੇ ਤਗੜੇ ਸਨ। ਇਹਨਾਂ ਦੇ ਅੰਦਰ ਜੂਝਣ ਦਾ ਬੜਾ ਤਜਰਬਾ ਵੀ ਸੀ। ਇਹਨਾਂ ਨੇ ਇਹੋ ਜੀ ਜੰਗ ਮਚਾਈ ਹੈ, ਇਹਨਾਂ ਦਾ ਆਗਾ ਕੋਈ ਰੋਕ ਨਹੀਂ ਸਕਿਆ। ਸਾਰੇ ਦੌੜ ਗਏ, ਭੱਜ ਗਏ। ਤਸ਼ਾ ਮੁਸ਼ ਤਰਵਾਰਨ ਕਰਕੇ। ਤਾਂ ਪਿਆਰਿਓ ਤਲਵਾਰਾਂ ਦੀ ਤਸ਼ਾ ਮੁੱਛ ਕਰਕੇ, ਭਾਵ ਕੇ ਆਪਸ ਦੇ ਵਿੱਚ ਤਲਵਾਰਾਂ ਦੇ ਨਾਲ ਟੁਕੜੇ ਟੁਕੜੇ ਕਰਕੇ। ਕਾਇਰ ਭਜੇ ਨਾ ਹੇਰਤ ਫਿਰ ਕੇ। ਜਿਹੜੇ ਕਾਇਰ ਜਿਹੜੇ ਸੂਰਮੇ ਤਾਂ ਪਿਆਰਿਓ ਰਣ ਭੂਮੀ ਦੇ ਵਿੱਚ ਕਟਾਵਡੀ ਕਰਕੇ ਉਹ ਮਰ ਗਏ, ਸ਼ਹੀਦ ਹੋ ਗਏ। ਜਿਹੜੇ ਕਾਇਰ ਡਰਪੋਕ ਜਿਹੜੇ ਸਨ ਉਹ ਭੱਜ ਗਏ। ਤਬ ਹੁਮਾਯੂ ਰਜਧਾਨੀ ਤਿਆਗੀ। ਤਾਂ ਪਿਆਰਿਓ ਹੁਮਾਯੂ ਜਿਹੜਾ ਉਹਨੇ ਵੇਖ ਲਿਆ ਕਿ ਭਾਈ ਇਹਨਾਂ ਪਠਾਨਾਂ ਨੂੰ ਰੋਕਣਾ ਮੇਰੇ ਵੱਸ ਦੀ ਗੱਲ ਨਹੀਂ ਹੈ। ਉਹਨੇ ਪਿਆਰਿਓ ਉਥੋਂ ਭੱਜ ਕਰਕੇ ਦਿੱਲੀ ਆ ਗਿਆ ਤੇ ਦਿੱਲੀ ਵਿੱਚ ਵੀ ਵੇਖਿਆ ਕਿ ਇੱਥੇ ਵੀ ਮੈਂ ਸਹੀ ਸਲਾਮਤ ਨਹੀਂ ਹਾਂ, ਕਿਉਂਕਿ ਇਹਨਾਂ ਪਠਾਨਾਂ ਨੇ ਇੱਥੇ ਵੀ ਹੱਲਾ ਕਰ ਦੇਣਾ, ਮੈਨੂੰ ਮਾਰ ਦੇਣਾ। ਇਸ ਕਰਕੇ ਉਹਨੇ ਰਾਜਧਾਨੀ ਦਾ ਤਿਆਗ ਕਰ ਦਿੱਤਾ, ਅੱਗੇ ਦੌੜ ਗਿਆ, ਭੱਜ ਗਿਆ। ਲਸ਼ਕਰ ਮਰਿਓ ਚਲਿਓ ਤਬ ਭਾਗੇ। ਲਸ਼ਕਰ ਜਦੋਂ ਸਾਰਾ ਇਹਦਾ ਹਲਾਕ ਹੋ ਗਿਆ, ਖਤਮ ਹੋ ਗਿਆ, ਡਰ ਦੇ ਮਾਰੇ ਹੁਮਾਯੂ ਦੌੜ ਗਿਆ ਹੈ, ਭੱਜ ਗਿਆ ਹੈ। ਦਿੱਲੀ ਆਏ ਪਠਾਨਨ ਛੀਨੀ। ਤੇ ਪਠਾਨਾਂ ਨੇ ਪਿਆਰਿਓ ਫਿਰ ਦਿੱਲੀ ਦੇ ਉੱਤੇ ਆ ਕਰਕੇ ਇਹਨਾਂ ਦਾ ਰਾਜਪਾਟ ਜਿਹੜਾ ਮੁਗਲ ਸਾਮਰਾਜ ਉਹਨੂੰ ਛੀਨ ਲੈਣਾ ਕੀਤਾ। ਇਹਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਪਾਵਨ ਸ਼ਬਦ ਉਚਾਰਨ ਕਰਨਾ ਕੀਤਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਦੋਇ ਛਪ ਖਲੋਏ, ਕੂੜ ਫਿਰੈ
ਪ੍ਰਧਾਨ ਵੇ ਲਾਲੋ ਕਾਦੀਆ ਬਾਮਣ ਕੀ ਗੱਲ ਥਕੀ ਅਗਤ ਪੜੈ ਸ਼ੈਤਾਨ ਵੇ ਲਾਲੋ ਮੁਸਲਮਾਨੀਆਂ ਪੜ੍ਹੈ ਕਤੇਬਾ ਕਸ਼ਟ ਮੈਂ ਕਰਹਿ ਖੁਦਾਏ ਵੇ ਲਾਲੋ। ਇਹ ਜੋ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਤਿਲੰਗ ਰਾਗ ਦੇ ਵਿੱਚ ਉਚਾਰਨ ਕਰਨਾ ਕੀਤਾ, ਉਹਦੇ ਵਿੱਚ ਇਹ ਵੀ ਸੰਬੋਧਨ ਕੀਤਾ ਕਿ ਆਵਨ 78 ਜਾਨ 97 ਹੋਰ ਪੀ ਉਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਿਉਂਕਿ ਪਿਆਰਿਓ ਮਹਾਰਾਜ ਜੀ ਨੇ ਕਿਹਾ ਜਦੋਂ ਸੱਚ ਦੀ ਵੇਲਾ ਹੁੰਦੀ ਨਾ, ਸੱਚ ਬੋਲਣ ਦੀ ਗੱਲ ਹੁੰਦੀ ਹੈ, ਉਸ ਵੇਲੇ ਸੱਚ ਬੋਲਣਾ ਚਾਹੀਦਾ। ਜੇ ਵੇਲੇ ਦੇ ਵਿੱਚ ਬੋਲਿਆ ਹੋਇਆ ਸੱਚ ਜਿਹੜਾ ਉਹ ਪਿਆਰਿਓ ਕਾਰਗਰ ਹੁੰਦਾ। ਜੇ ਵੇਲਾ ਵਕਤ ਨਿਕਲ ਜਾਵੇ ਫਿਰ ਭਾਵੇਂ ਤੁਸੀਂ ਜੋ ਮਰਜ਼ੀ ਸੱਚ ਬੋਲੀ ਜਾਓ, ਫਿਰ ਉਹ ਸੱਚ ਜਿਹੜਾ ਉਹ ਤਾਂ ਝੂਠ ਬਣ ਜਾਂਦਾ। ਕੋਈ ਵੀ ਕਹਿੰਦਾ ਭਾਈ ਮਿੱਤਰਾ ਜਦੋਂ ਸੱਚ ਬੋਲਣਾ ਸੀ, ਜਦੋਂ ਖੜਨਾ ਸੀ, ਉਸ ਵੇਲੇ ਤਾਂ ਤੂੰ ਦੌੜ ਗਿਆ, ਭੱਜ ਗਿਆ, ਸੱਚ ਨਹੀਂ ਬੋਲਿਆ। ਹੁਣ ਬਦ ਪਿੱਛੇ ਜਿੰਨਾ ਮਰਜ਼ੀ ਸੱਚ ਬੋਲੀ ਜਾ, ਉਹਦਾ ਕੋਈ ਫਾਇਦਾ ਨਹੀਂ ਹੈ। ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹ ਹੁਣ ਵੇਲਾ ਹੈ ਸੱਚ ਕਹਿਣ ਦੀ। ਅਸਾਂ ਨੇ ਫਿਰ ਸੱਚ ਦੀ ਬਾਣੀ ਉਚਾਰਨ ਕਰਕੇ ਸੱਚਾ ਬਚਨ ਕੀਤਾ। ਇਹ ਸਾਰਾ ਬਚਨ ਕਰਕੇ ਮਹਾਰਾਜ ਜੀ ਨੇ ਸੰਕੇਤ ਦੇ ਦਿੱਤਾ ਸੀ ਕਿ ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਮਹਾਰਾਜ ਜੀ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਨਾ ਮਰਦ ਕਾ ਚੇਲਾ, ਇਹ ਸ਼ਬਦ ਜਿਹੜਾ ਪਿਆਰਿਓ ਇਤਿਹਾਸਕਾਰ ਦੱਸਦੇ ਹਨ, ਇਹ ਸ਼ਬਦ ਦੇ ਪਿਆਰਿਓ ਵਿਆਖਿਆਕਾਰਾਂ ਨੇ ਬਹੁਤ ਸਾਰੀਆਂ ਵਿਆਖਿਆਵਾਂ ਕਰਨੀਆਂ ਕੀਤੀਆਂ। ਕੋਈ ਆਪਣੇ ਪੰਥ ਦੇ ਨਾਲ, ਕਿਉਂਕਿ ਮਹਾਰਾਜ ਜੀ ਨੇ 78 ਤੇ 97 ਦਾ ਬਚਨ ਕੀਤਾ। ਅਗਲਾ ਜਿਹੜਾ ਸੰਮਤ, ਕਿਉਂਕਿ ਹਰ 100 ਸਾਲ ਦੇ ਵਿੱਚ 78 ਆਉਂਦਾ ਹੈ ਤੇ 97 ਜਿਹੜਾ ਇਹ ਵੀ ਪਿਆਰਿਓ ਸਨ, ਇਹ ਵੀ ਸਾਲ ਆਉਂਦਾ। ਇਹਦਾ ਇਸ ਕਰਕੇ ਲੋਕਾਂ ਨੇ ਪਿਆਰਿਓ ਇਹਦੇ ਬਹੁਤ ਸਾਰੇ ਅਰਥ ਕਰਨੇ ਕੀਤੇ। ਕਈਆਂ ਨੇ ਆਪਣੇ ਡੇਰਿਆਂ ਦੇ ਨਾਲ, ਆਪਣੇ ਜਥਿਆਂ ਦੇ ਨਾਲ ਆਏ ਹੁੰਦੇ ਹਨ, ਗੁਰਬਾਣੀ ਦੇ ਅਨਰਥ ਕਰਕੇ ਆਪਣੀ ਵਾਹਵਾਹੀ ਕਰਾਉਣੀ, ਆਪਣੀ ਪੂਜਾ ਕਰਾਉਣੀ। ਲੇਕਿਨ ਜੋ ਮੁਖੀ ਵਿਦਵਾਨ ਹਨ, ਜਿਨ੍ਹਾਂ ਨੇ ਗੁਰਬਾਣੀ ਦਾ ਤਤ ਨਿਰਣਾ ਕਰਨਾ ਕੀਤਾ, ਉਹ ਦੱਸਦੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ੇਰ ਸ਼ਾਹ ਸੂਰੀ ਦੇ ਬਾਬਤ ਇਹ ਜਿਹੜਾ ਬਚਨ ਕਰਨਾ ਕੀਤਾ। 98 ਦੇ ਵਿੱਚ ਪਿਆਰਿਓ ਉਹਨੇ ਹਮਲਾ ਕੀਤਾ ਸੀ ਤੇ ਫਿਰ 97 ਦੇ ਵਿੱਚ ਉਹਨੂੰ ਹਾਰ ਕੇ ਫਿਰ ਵਾਪਸ ਜਾਣਾ ਪਿਆ। ਤੇ ਇਹ ਬਚਨ ਜਿਹੜਾ ਉਸ ਵੇਲੇ ਦਾ ਸਤਿਗੁਰੂ ਮਹਾਰਾਜ ਜੀ ਨੇ ਭਵਿੱਖ ਬਚਨ ਉਚਾਰਨ ਕਰਨਾ ਕੀਤਾ। ਆਪਣੀ ਦੋਹੀ ਫੇਰਨ ਕੀਨੀ, ਤੇ ਇਹਨੇ ਸ਼ੇਰ ਸ਼ਾਹ ਸੂਰੀ ਨੇ ਪਿਆਰਿਓ ਦੋਹੀ ਆਪਨ ਫਿਰਾਈ। ਉਹਨੇ ਆਪਣੀ ਦੋਹੀ ਨੂੰ ਫਿਰਾਉਣਾ ਕੀਤਾ, ਆਪਣੇ ਜਸ ਦੇ ਇਹਨੇ ਡੰਕੇ ਵਜਾਏ। ਜੇ ਪਿਆਰਿਓ ਆਪਾਂ ਇਤਿਹਾਸ ਪੜ੍ਹਦੇ ਆ ਰਾਜਿਆਂ ਦਾ, ਬੜਾ ਪਿਆਰਿਓ ਇਹ ਨੇਕ ਦਿਲ ਰਾਜਾ ਹੋਇਆ ਸੀ ਸ਼ੇਰ ਸ਼ਾਹ ਸੂਰੀ, ਜਿਹਨੇ ਸਾਰੇ ਧਰਮਾਂ ਦਾ ਬੜਾ ਸਨਮਾਨ ਤੇ ਸਤਿਕਾਰ ਕਰਨਾ ਕੀਤਾ। ਤੇ ਜਿਹੜੀ ਸੜਕ ਜਿਹੜੀ ਨਾ ਪਿਆਰਿਓ ਕਹਿੰਦੇ ਕਿ ਲਾਹੌਰ ਤੋਂ ਲੈ ਕਰਕੇ ਅਸਲ ਦੇ ਵਿੱਚ ਅਫਗਾਨਿਸਤਾਨ ਤੋਂ ਲਾਹੌਰ, ਉਥੋਂ ਫਿਰ ਦਿੱਲੀ ਤੱਕ ਇਹ ਮੁੱਖ ਸੜਕ ਜਿਹੜੀ ਹੈ, ਤੇ ਅੱਜ ਵੀ ਪਿਆਰਿਓ ਉਹਦੇ ਚਿੰਨ੍ਹ ਜੇ ਆਪ ਜੀ ਪੰਜਾਬ ਦੇ ਵਿੱਚ ਜਾਓ, ਤਰਨ ਤਾਰਨ ਸਾਹਿਬ ਦਾ ਆਦਿਕ ਇਲਾਕਾ, ਉੱਥੇ ਸਰਾਵਾਂ ਆਦਿਕ ਬਣੀਆਂ ਹੋਈਆਂ ਹਨ। ਅੱਜ ਵੀ ਉਹ ਨਿਸ਼ਾਨਦੇਹੀ ਹੈ ਤੇ ਜਿਹਦੇ ਨਾਲ ਪਤਾ ਲੱਗਦਾ ਕਿ ਸ਼ੇਰ ਸ਼ਾਹ ਸੂਰੀ ਨੇ ਪਿਆਰਿਓ ਉਹ ਮਾਰਗ ਜਿਹੜਾ ਦਿੱਲੀ ਤੋਂ ਸਿੱਧਾ ਲਾਹੌਰ ਮੁੱਖ ਮਾਰਗ ਜਿਹੜਾ ਹੈ, ਜਿਹਨੂੰ ਅੱਜ ਵੀ ਹਿੰਦੁਸਤਾਨ ਦੀ ਸਰਕਾਰ ਨੇ ਤੇ ਜਿਹੜੀਆਂ ਨੈਸ਼ਨਲ ਹਾਈਵੇ ਜਿਹਨੂੰ ਆਪਾਂ ਬੋਲਦੇ ਆ ਰੋਡ, ਉਹਦਾ 1 ਨੰਬਰ ਦਾ ਦਰਜਾ ਦਿੱਤਾ ਕਿ ਸਭ ਤੋਂ ਪਹਿਲੇ ਉਹ ਸੜਕ ਜਿਹੜੀ ਆ ਦਿੱਲੀ ਤੋਂ ਲਾਹੌਰ, ਲਾਹੌਰ ਤੋਂ ਫਿਰ ਉਹ ਅੱਗੇ ਜਿਹੜੀ ਆ ਅਫਗਾਨਿਸਤਾਨ ਤੱਕ ਜਾਂਦੀ ਸੀ। ਇਹ ਸੜਕ ਦਾ ਵੀ ਨਿਰਮਾਣ ਜਿਹੜਾ ਉਹਨੂੰ ਪਹਿਲੇ ਜ਼ਮਾਨੇ ਦੇ ਵਿੱਚ ਸ਼ੇਰ ਸ਼ਾਹ ਸੂਰੀ ਮਾਰਗ ਕਿਹਾ ਜਾਂਦਾ ਸੀ। ਇਹੀ ਮਾਰਗ ਜਿਹੜਾ ਫਿਰ ਪਿਆਰਿਓ ਇੱਥੋਂ ਹੋ ਕਰਕੇ ਬਿਆਸਾ ਦਰਿਆ ਤੋਂ ਗੋਇੰਦਵਾਲ ਸਾਹਿਬ ਦੇ ਪੱਤਣ ਤੋਂ ਲੰਘ ਕਰਕੇ ਅੱਗੇ ਜਾਂਦਾ। ਇਸ ਕਰਕੇ ਕੋਈ ਵੀ ਰਾਜਾ ਮਹਾਰਾਜਾ ਜਦੋਂ ਇਹ ਪੱਤਣ ਨੂੰ ਟੱਪਦਾ ਸੀ ਤੇ ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਇਹਦੇ ਲਾਗੇ ਛਾਗੇ ਹੀ ਵੱਜਦੇ ਹਨ। ਗੋਇੰਦਵਾਲ ਸਾਹਿਬ ਦਾ ਪਿਆਰਿਓ ਐਨ ਲਾਗੇ ਸੀ ਤੇ ਖਡੂਰ ਸਾਹਿਬ ਵੀ ਪਿਆਰਿਓ ਜ਼ਿਆਦਾ ਦੂਰ ਨਹੀਂ ਹੈ। ਉੱਥੋਂ ਜੇ ਆਪਾਂ ਵੇਖਿਆ ਜਾਵੇ ਤਕਰੀਬਨ 10-12 ਕਿਲੋਮੀਟਰ ਦੀ ਵਿੱਥ ਬਣਦੀ ਹੈ। ਵਿਆਕੁਲ ਹਵੈ ਹੁਮਾਯੂ ਤਬ ਕਹਿਓ, ਬਹੁਤ ਜ਼ਿਆਦਾ ਵਿਆਕੁਲ ਹੋ ਕਰਕੇ ਹੁਮਾਯੂ ਨੇ ਬਚਨ ਕੀਤਾ। ਸੇਵਕ ਨਿਜ ਨਜੀਕ ਜੋ ਲਹਿ, ਜਿਹੜਾ ਉਹਦੇ ਲਾਗੇ ਸੇਵਕ ਬੈਠਿਆ ਸੀ ਨਾ, ਉਹਦੇ ਤਾਈਂ ਕਿਹਾ ਹੈ। ਸ਼੍ਰੀ ਨਾਨਕ
ਨਾਨਕ ਕੋ ਸੇਵਕ ਪੂਰਾ। ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪੂਰਾ ਸੇਵਕ ਹੈ ਕਿ ਨਹੀਂ ਗਾਦੀ ਪਰ ਰੂਰਾ। ਹੁਮਾਯੂ ਨੇ ਪੁੱਛਣਾ ਕੀਤਾ, ਆਪਣੇ ਸੇਵਕ ਨੂੰ ਪੁੱਛਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਤਾਂ ਪਤਾ ਚੱਲ ਗਿਆ, ਉਹ ਭਾਣਾ ਵਰਤਾ ਗਏ, ਲੇਕਿਨ ਉਹਨਾਂ ਦਾ ਕੋਈ ਪੂਰਾ ਸੇਵਕ ਸਿੱਖ ਗੱਦੀ ਨਸ਼ੀਨ ਕੋਈ ਹੈ ਕਿ ਨਹੀਂ ਹੈ। ਤਹਿਸੋਂ ਕਰਹੁ ਮੇਲ ਹਮ ਜਾਈ। ਚਲੋ ਚੱਲ ਕਰਕੇ ਉਹਨਾਂ ਦੇ ਨਾਲ ਆਪਾਂ ਮਿਲਣਾ ਕਰੀਏ। ਮਮ ਪਿਤ ਬਾਬਰ ਤਹ ਤੇ ਪਾਈ। ਸੁਣਿਆ ਕਿ ਮੇਰਾ ਪਿਤਾ ਜਿਹੜਾ ਬਾਬਰ ਹੈ ਉਹਨੂੰ ਇਹ ਗੱਦੀ ਨਸ਼ੀਨ ਮਹਾਰਾਜ ਜੀ ਨੇ ਕਰਾਉਣਾ ਕੀਤਾ, ਤੇ ਮਹਾਰਾਜ ਜੀ ਨੇ ਕਹਿੰਦੇ ਵਰ ਦਿੱਤਾ ਸੀ। ਕਹੀ ਪੁਸ਼ਤ ਲਾਓ ਫਿਰਿਓ ਨ ਬਹਿਨਾ। ਸੁਣਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮੇਰੇ ਪਿਤਾ ਮੀਰ ਬਾਬਰ ਨੂੰ ਕਿਹਾ ਕਿ ਪੁਸ਼ਤਾਂ ਦਰ ਪੁਸ਼ਤ ਤੂੰ ਨੇ ਰਾਜ ਕਰਨਾ ਹੈ, ਲੇਕਿਨ ਲੱਗਦਾ ਸਤਿਗੁਰੂ ਮਹਾਰਾਜ ਜੀ ਦਾ ਬਚਨ ਅਧੂਰਾ ਰਹਿ ਗਿਆ, ਉਹ ਨਹੀਂ ਫੁਰਿਆ। ਬੂਝੈ ਤਹਿਸੋਂ ਜਹ ਉਰ ਭੈ ਨਾ। ਜਦੋਂ ਚਲੋ ਆਪਾਂ ਚੱਲ ਕਰਕੇ ਉਹਨਾਂ ਨੂੰ ਪੁੱਛਣਾ ਕਰੀਏ ਜੋ ਹੁਣ ਗੱਦੀ ਨਸ਼ੀਨ ਹਨ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਭੈ ਨਹੀਂ ਹੈ, ਕੋਈ ਡਰ ਨਹੀਂ ਹੈ। ਤਬ ਵਜ਼ੀਰ ਨੇ ਕਹਾ ਸੁਨਾਈ। ਤਾਂ ਪਿਆਰਿਓ ਵਜ਼ੀਰ ਨੇ ਫਿਰ ਹੁਮਾਯੂ ਨੂੰ ਇਹ ਕਹਿ ਕਰਕੇ ਸਰਵਣ ਕਰਾਉਣਾ ਕੀਤਾ ਕਿਆ। ਗੁਰ ਅੰਗਦ ਬੈਠਿਓ ਤਿਨ ਥਾਈ। ਉਹਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਥਾਂ ਦੇ ਉੱਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸ਼ੁਭਾਏਮਾਨ ਹਨ। ਆਰਫ ਕਾਮਲ ਵਲੀ ਵਿਲਾਇਤ। ਜਿਹੜੇ ਬੜੇ ਆਰਫ ਹਨ, ਕਾਮਲ ਫਕੀਰ ਹਨ, ਜੋ ਵਲੀ ਹਨ। ਆ ਜਿਹੜੇ ਸ਼ਬਦ ਨਾ ਪਿਆਰਿਓ ਇਹ ਫਾਰਸੀ ਦੇ ਸ਼ਬਦ ਹਨ, ਜਿਨ੍ਹਾਂ ਨੂੰ ਆਪਾਂ ਪੂਰਾ ਪੁਰਖ, ਮਹਾਂਪੁਰਖ, ਬ੍ਰਹਮ ਗਿਆਨੀ ਤੇ ਸਾਰਿਆਂ ਦਾ ਆਪਾਂ ਨਮਸਕਾਰ ਕਰਦੇ। ਇਹ ਲਕਬ ਜਿਹੜੇ ਹਨ ਇਹ ਸ਼ਬਦ ਤੇ ਇਹਦੇ ਅਰਥ ਪਿਆਰਿਓ ਇਹ ਅਸਲ ਦੇ ਵਿੱਚ ਇਹ ਫਾਰਸੀ ਦੇ ਜੋ ਸ਼ਬਦ ਇਹਦਾ ਮਾਇਨਾ ਇਹੀ ਬਣਦਾ ਹੈ। ਆਰਫ ਹਨ, ਕਾਮਲ ਫਕੀਰ ਹਨ, ਬੜੇ ਵਲੀ ਹਨ ਤੇ ਸਾਰਾ ਵਿਲਾਇਤ ਦੇਸ਼ ਆ, ਭਾਵ ਕਿ ਇਹ ਸਾਰਾ ਇਲਾਕਾ ਜਿਹੜਾ ਸਤਿਗੁਰੂ ਮਹਾਰਾਜ ਜੀ ਨੂੰ ਪੂਜਦਾ। ਮਿਲ ਮਕਸੂਦ ਚਲੋ ਅਹਸਾਇਤ। ਚਲੋ ਆਪਾਂ ਆਪਣਾ ਮਕਸੂਦ ਜਿਹੜਾ ਹੈ ਮਨ ਦੀ ਮੁਰਾਦ ਪੂਰੀ ਕਰਨਾ ਕਰੀਏ। ਚੱਲ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਪੁੱਛਣਾ ਕਰੀਏ। ਭਲੋ ਵਿਚਾਰ ਆਪਨੇ ਕੀ। ਹੁਮਾਯੂ ਦੇ ਸੇਵਾਦਾਰ ਨੇ ਕਿਹਾ ਕਿ ਜਾਂਪਨਾ ਤੁਸਾਂ ਨੇ ਬੜੀ ਚੰਗੀ ਵਿਚਾਰ ਮਨ ਵਿੱਚ ਕੀਤੀ ਹੈ। ਪੂਜੋ ਤੈਨ ਇਹ ਪਦ ਜਿਨ ਦੀਨੋ। ਉਹਨਾਂ ਨੂੰ ਚੱਲ ਕਰਕੇ ਸਾਨੂੰ ਪੁੱਛਣਾ ਚਾਹੀਦਾ। ਉਹ ਤਾਂ ਨਹੀਂ ਹਨ, ਲੇਕਿਨ ਉਹਨਾਂ ਦੇ ਗੱਦੀ ਨਸ਼ੀਨ ਉਹ ਵੀ ਤਾਂ ਉਹਨਾਂ ਦਾ ਹੀ ਰੂਪ ਹੁੰਦੇ। ਉਹਨਾਂ ਨੂੰ ਆਪਾਂ ਪੁੱਛਣਾ ਕਰੀਏ ਕਿ ਕੀ ਗੱਲ ਹੈ। ਮਹਾਰਾਜ ਜੀ ਨੇ ਤਾਂ ਇਹ ਬਚਨ ਕੀਤਾ, ਲੱਗਦਾ ਉਹ ਬਚਨ ਸਾਡਾ ਵਿਫਲ ਹੋ ਗਿਆ, ਉਹ ਪੂਰਾ ਬਚਨ ਨਹੀਂ ਹੋਇਆ। ਇਹਦਾ ਕੀ ਕਾਰਨ ਹੈ? ਇੱਥੇ ਪਿਆਰਿਓ ਕਵੀ ਰਾਜ ਜੀ ਨੇ ਇੰਜ ਇਹ ਇਤਿਹਾਸ ਜਿਹੜਾ ਇਹ ਕੜੀ ਨੂੰ ਜੋੜਨਾ ਕੀਤਾ, ਲੇਕਿਨ ਇਤਿਹਾਸਕਾਰ ਦੂਜੇ ਇਤਿਹਾਸਕਾਰ ਜਦੋਂ ਆਪਾਂ ਦੂਜੇ ਸਰੋਤਾਂ ਨੂੰ ਪੜ੍ਹਦੇ ਆ ਉਹਦੇ ਵਿੱਚ ਇੰਜ ਬਚਨ ਆਉਂਦਾ ਕਿ ਦਿੱਲੀ ਤੋਂ ਭੱਜ ਕਰਕੇ ਇਹਨੇ ਫਿਰ ਕੀ ਕਰਨਾ ਕੀਤਾ। ਜੋ ਦਾਸ ਨੇ ਬੇਨਤੀ ਕੀਤੀ ਸੀ ਨਾ, ਇਹ ਜਿਹੜਾ ਮੁੱਖ ਮਾਰਗ ਜਾਂਦਾ ਸੀ ਦਿੱਲੀ ਤੋਂ ਭੱਜ ਕਰਕੇ ਫਿਰ ਇਹ ਗੋਇੰਦਵਾਲ ਸਾਹਿਬ ਉਥੋਂ ਪਤਨ ਜਿਹੜਾ ਸੀ ਬੜਾ ਮਸ਼ਹੂਰ ਪਤਨ ਸੀ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜੀਆਂ ਇਹ ਨਦੀਆਂ ਹੁੰਦੀਆਂ ਸਨ, ਦਰਿਆਵਾਂ ਆਦਿਕ ਹੁੰਦੀਆਂ, ਇਹਨਾਂ ਦੇ ਉੱਤੇ ਪੁਲ ਨਹੀਂ ਹੋਇਆ ਕਰਦੇ ਸਨ ਤੇ ਵੱਡੀਆਂ ਜੋ ਨਦੀਆਂ ਦਰਿਆ ਆਦਿਕ ਉਹਦੇ ਉੱਤੇ ਪੁਲ ਬਣਾਉਣ ਦਾ ਕੰਮ ਨਹੀਂ ਹੋਇਆ ਕਰਦਾ। ਇਹੋ ਜਿਹੇ ਪਤਨ ਹੁੰਦੇ ਸਨ ਜਿਹਦੇ ਵਿੱਚ ਪਿਆਰਿਓ ਪਾਣੀ ਬੜਾ ਫੈਲਿਆ ਹੋਇਆ ਹੁੰਦਾ, ਜ਼ਿਆਦਾ ਡੂੰਘਾ ਨਹੀਂ ਹੁੰਦਾ। ਫਿਰ ਆਮ ਸੁਖੈਨ ਤਰੀਕੇ ਦੇ ਨਾਲ ਇਸ ਤਰ੍ਹਾਂ ਉੱਥੇ ਬਣਾਇਆ ਜਾਂਦਾ ਤੇ ਉਹ ਪਤਨ ਦੇ ਰਾਹੀਂ ਲੰਘਦੇ ਤੇ ਪਤਨਾਂ ਦੇ ਉੱਤੇ ਹੀ ਪਿਆਰਿਓ ਬੜੇ ਬੇੜੇ ਆਦਿਕ ਹੁੰਦੇ ਸਨ। ਕੋਈ ਵੀ ਜਿਹੜਾ ਦਰਿਆ ਨੂੰ ਲੰਘਣਾ ਤੇ ਉਹ ਫਿਰ ਇਹਨਾਂ ਬੇੜਿਆਂ ਦਾ ਸਹਾਰਾ ਲੈ ਕਰਕੇ ਜਾਂ ਜਲ ਦੇ ਵਿਚਕਾਰ ਦੀ ਉਹ ਲੰਘ ਕਰਕੇ ਜਾਂਦੇ। ਜਦੋਂ ਇੱਥੋਂ ਉਹ ਜਾ ਰਿਹਾ ਸੀ ਨਾ ਤੇ ਫਿਰ ਜਾਂਦਿਆਂ ਕਿਹਨੇ ਇਹਨੂੰ ਇਹ ਬਚਨ ਕੀਤਾ ਕਿ ਇੱਥੇ ਲਾਗੇ ਹੀ ਖਡੂਰ ਨਗਰ ਜਿਹੜਾ ਹੈ ਉੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੱਦੀ ਨਸ਼ੀਨ ਰਹਿੰਦੇ ਹਨ। ਤੇ ਹੁਮਾਯੂ ਨੇ ਪੁੱਛਿਆ ਇਹ ਕੌਣ ਹਨ ਗੁਰੂ ਨਾਨਕ ਦੇਵ ਜੀ? ਤਾਂ ਉਹ ਸਿਆਣੇ ਨੇ ਕਿਹਾ ਕਿ ਜਿਹਨੇ ਤੁਹਾਡੇ ਪਿਤਾ ਨੂੰ ਬਚਨ ਕੀਤਾ ਸੀ ਇਹ ਉਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਤੇ ਪਿਆਰਿਓ ਇਹ ਹਾਰਿਆ ਹੋਇਆ, ਕਿਉਂਕਿ ਜਦੋਂ ਬੰਦਾ ਹਾਰ ਜਾਂਦਾ ਨਾ ਤਾਂ ਉਹਨੂੰ ਪਿਆਰਿਓ ਸਾਧੂ ਸੰਤ ਰੱਬ ਪਰਮਾਤਮਾ ਚੰਗੇ ਕਰਮ ਉਹਨੂੰ ਯਾਦ ਆਉਂਦੇ ਹਨ।
ਜਦੋਂ ਬੰਦਾ ਜਿੱਤਦਾ ਜਾਂ ਜਿਹੜਾ ਜੇਤੂ ਹੁੰਦਾ ਉਹਨੂੰ ਅਹੰਕਾਰ ਬੜਾ ਹੁੰਦਾ, ਉਹ ਤਾਂ ਫਿਰ ਆਨ ਕੋ ਆਨਤ ਹੈ ਨਾ ਹੀ ਹੈ, ਉਹ ਕਿਹਨੂੰ ਵੀ ਰੱਬ ਨਹੀਂ ਮੰਨਦਾ, ਉਹ ਤਾਂ ਗੁਰੂ ਨੂੰ ਵੀ ਗੁਰੂ ਨਹੀਂ ਜਾਣਦਾ, ਤਾਂ ਕਹਿੰਦਾ ਕੋਈ ਗੱਲ ਨਹੀਂ ਹੈ ਮੈਂ ਹੀ ਸਭ ਕੁਝ ਹਾਂ। ਲੇਕਿਨ ਜਦੋਂ ਹਾਰਿਆ ਹੋਇਆ ਬੰਦਾ, ਤਾਂ ਹੀ ਤਾਂ ਸਿਆਣੇ ਕਹਿੰਦੇ ਨਾ ਹਾਰੇ ਕੋ ਹਰੀ ਨਾਮ, ਜਿਹੜਾ ਹਾਰ ਗਿਆ ਭਾਈ ਉਹਨੂੰ ਇੱਕੋ ਹੀ ਰੱਬ ਦਾ ਸਹਾਰਾ ਹੈ, ਰੱਬ ਦਾ ਨਾਮ ਭਾਈ ਤੂੰ ਲੈ ਲੈਣਾ ਕਰ। ਪਹਿਲੇ ਤਾਂ ਇਹਨਾਂ ਦੇ ਮਨ ਵਿੱਚ ਕੋਈ ਕਦਰ ਨਹੀਂ ਸੀ, ਹੁਣ ਜਦੋਂ ਹਾਰ ਖਾ ਗਿਆ ਮਨ ਵਿੱਚ ਸੀ ਕਿ ਚਲੋ ਆਪਾਂ ਚੱਲ ਕਰਕੇ ਉਹਨਾਂ ਦੇ ਕੋਲ ਵੀ ਦੁਆ ਕਰਨਾ ਕਰੀਏ, ਅਰਦਾਸਾਂ ਕਰੀਏ, ਬੇਨਤੀਆਂ ਕਰੀਏ। ਤੇ ਜਦੋਂ ਬੰਦਾ ਹਾਰ ਜਾਂਦਾ ਤੇ ਫਿਰ ਕੋਈ ਦਰ ਨਹੀਂ ਛੱਡਦਾ, ਕਦੇ ਇੱਥੇ ਚੱਲ ਗਿਆ ਉੱਥੇ ਵੀ ਚੱਲ ਗਿਆ। ਇਹਨੂੰ ਜਦੋਂ ਪਤਾ ਚੱਲਿਆ ਕਿ ਕਾਮਲ ਫਕੀਰ ਰਹਿੰਦੇ ਹਨ, ਵਲੀ ਨਿਆਇਤ ਰਹਿੰਦੇ ਹਨ, ਆਲਫ ਹਨ, ਵਿਲਾਇਤ ਦੇ ਵਿੱਚ ਵੀ ਜਿਨ੍ਹਾਂ ਦੀ ਬੜੀ ਮਾਨਤਾ ਹੈ, ਇਹਦੇ ਮਨ ਵਿੱਚ ਆਇਆ ਚਲੋ ਮੈਂ ਚੱਲ ਕਰਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨਾ ਕਰਾਂ ਤੇ ਉਹਨਾਂ ਤੋਂ ਮੈਂ ਦੁਆ ਕਰਵਾਵਾਂ। ਦੁਆ ਦਾ ਮਤਲਬ ਅਰਦਾਸ ਕਿ ਮਹਾਰਾਜ ਮੇਰਾ ਰਾਜ ਪਾਟ ਮੈਨੂੰ ਫਿਰ ਤੋਂ ਪ੍ਰਾਪਤ ਹੋ ਜਾਵੇ। ਇਸ ਤਰ੍ਹਾਂ ਪਿਆਰਿਓ ਇਹ ਦੁਆ ਕਰਨ ਵਾਸਤੇ, ਬੇਨਤੀ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਇਆ ਹੈ। ਸੁਨਤ ਖਡੂਰ ਹੁਮਾਯੂ ਆਇਓ, ਸੁਣ ਕਰਕੇ ਹੁਮਾਯੂ ਜਿਹੜਾ ਖਡੂਰ ਸਾਹਿਬ ਆਇਆ। ਸ੍ਰੀ ਅੰਗਦ ਜੀ ਜਹਾਂ ਸੁਹਾਇਓ, ਜਿੱਥੇ ਸ਼ਰਿਓ ਪਿਛਲੇ ਪ੍ਰਸੰਗਾਂ ਦੇ ਵਿੱਚ, ਹੋ ਸਕਦਾ ਪਰਸੋਂ ਵਾਲੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਜੋ ਮਹਾਰਾਜ ਜੀ ਦੀ ਦਿਨਚਰਿਆ, ਕਵੀ ਰਾਜ ਜੀ ਨੇ ਬਾਖੂਬੀ ਉਹਨੂੰ ਬਿਆਨ ਕਰਨਾ ਕੀਤਾ। ਅੰਮ੍ਰਿਤ ਵੇਲੇ ਉੱਠਦੇ, ਧਿਆਨ ਪ੍ਰਾਇਣੀ ਹੁੰਦੇ, ਕੀਰਤਨ ਹੁੰਦਾ, ਸੰਗਤਾਂ ਨੂੰ ਮਿਲਦੇ, ਪ੍ਰਸ਼ਾਦਾ ਛਕ ਕਰਕੇ ਪਿਆਰਿਓ ਜਿਹੜਾ ਦੁਪਹਿਰ ਦਾ ਸਮਾਂ ਹੁੰਦਾ, ਭਾਵ ਕਿ 12 ਤੋਂ ਬਾਅਦ ਦਾ ਸਮਾਂ ਸਤਿਗੁਰੂ ਮਹਾਰਾਜ ਬੱਚਿਆਂ ਦੇ ਨਾਲ ਬਤੀਤ ਕਰਿਆ ਕਰਦੇ ਸਨ। ਸਾਰੇ ਖਡੂਰ ਦੇ ਬੱਚੇ ਜਿਹੜੇ ਹਨ, ਛੋਟੇ ਛੋਟੇ ਬਾਲਕੇ ਬੱਚੇ, ਉਹ ਭੱਜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਉਂਦੇ। ਮਹਾਰਾਜ ਕੋਈ ਵਿਤਕਰਾ ਨਹੀਂ ਕਰਦੇ, ਬੜਾ ਲਾਡ ਲਡਾਉਂਦੇ ਸਨ ਬੱਚਿਆਂ ਨੂੰ, ਉਹਨਾਂ ਨੂੰ ਚੀਜ਼ੀਆਂ ਦਿੰਦੇ ਸਨ ਕਿ ਬੇਟਾ ਛਕ ਲੈ, ਤੇ ਨਾਲ ਬੱਚਿਆਂ ਦੇ ਨਾਲ ਖੇਡਣਾ, ਬੱਚੇ ਬਣ ਕਰਕੇ। ਕੋਈ ਪਿਆਰਿਓ, ਕਿਉਂਕਿ ਆਪਾਂ ਵੇਖਦੇ ਹਾਂ ਕਈ ਵਾਰੀ ਬੰਦਾ ਤੇ ਥੋੜਾ ਵੀ ਵੱਧ ਜਾਵੇ, ਉਹਨੂੰ ਲੱਗਦਾ ਮੈਂ ਇਹ ਕਰਾਂਗਾ ਜੀ, ਮੇਰਾ ਸਟੇਟਸ ਦਾ ਕੀ ਹੋਵੇਗਾ, ਲੋਕੀ ਕਹਿਣਗੇ ਲਓ ਭਈ ਇੰਨਾ ਵੱਡਾ ਬੰਦਾ ਬੱਚਿਆਂ ਦੇ ਨਾਲ ਖੇਡ ਰਿਹਾ। ਲੇਕਿਨ ਪਿਆਰਿਓ ਅਸਲ ਦੇ ਵਿੱਚ ਜਿਹੜੇ ਸਾਧੂ ਸੰਤ ਹੁੰਦੇ, ਉਹਨਾਂ ਦਾ ਵੀ ਸੁਭਾਅ ਤਾਂ ਬੱਚਿਆਂ ਵਰਗਾ ਹੀ ਹੁੰਦਾ ਸੀ, ਲੇਕਿਨ ਸਤਿਗੁਰੂ ਮਹਾਰਾਜ ਇਹਦੀ ਪਰਖ ਕਰਨਾ ਚਾਹੁੰਦੇ ਸਨ। ਇਸ ਕਰਕੇ ਮਹਾਰਾਜ ਜੀ ਨੇ ਬਾਦਸ਼ਾਹ ਦੇ ਵੱਲ ਤਵੱਜੋ ਹੀ ਨਹੀਂ ਦਿੱਤੀ। ਤਬ ਹੁਮਾਯੂ ਮਨ ਕੋਪ ਵਿਸ਼ੇਖਾ, ਤੇ ਫਿਰ ਆ ਵੇਖ ਕਰਕੇ ਹੁਮਾਯੂ ਨੇ ਬਹੁਤ ਜ਼ਿਆਦਾ ਕੋਪ, ਗੁੱਸਾ ਕਰਨਾ ਕੀਤਾ। ਨਹਿ ਇਸਨੇ ਮੇਰੀ ਦਿਸ਼ ਦੇਖਾ, ਮਨ ਵਿੱਚ ਸੋਚਦਾ ਕਿ ਗੁਰ ਅੰਗਦ ਦੇਵ ਜੀ ਮਹਾਰਾਜ ਜੀ ਨੇ ਮੇਰਾ ਸਤਿਕਾਰ ਕਰਨਾ ਤਾਂ ਇੱਕ ਪਾਸੇ ਰਹਿ ਗਿਆ, ਮਹਾਰਾਜ ਜੀ ਨੇ ਮੇਰੇ ਵੱਲ ਤਾਂ ਧਿਆਨ ਦੇ ਨਾਲ ਵੇਖਿਆ ਵੀ ਨਹੀਂ ਹੈ। ਵੈ ਘਟਕਾ ਮੈਂ ਠਾਂਡੂ ਰਹੇ, 2 ਘੜੀਆਂ ਮੈਂ ਇਸ ਤਰ੍ਹਾਂ ਹੀ ਹੱਥ ਜੋੜ ਕੇ ਖੜੋਤਾ ਹੋਇਆ ਹਾਂ। ਕਛੂ ਪ੍ਰਭਾਵ ਨਾ ਮਨ ਮਹਿਤ ਲਹਿਓ, ਮੇਰਾ ਪ੍ਰਭਾਵ ਸਤਿਗੁਰੂ ਮਹਾਰਾਜ ਜੀ ਨੇ ਮਨ ਵਿੱਚ ਨਹੀਂ ਧਾਰਨ ਕਰਨਾ ਕੀਤਾ, ਕਿਉਂਕਿ ਪਿਆਰਿਓ ਇਹ ਜਿਹੜੇ ਵੱਡੇ ਲੋਕ ਹੁੰਦੇ ਹਨ ਤੇ ਤਿੰਨ ਕੋ ਵਿਆਪੈ ਚਿੰਤਾ ਰੋਗ, ਇਹਨਾਂ ਨੂੰ ਬੜੀ ਚਿੰਤਾ ਰੋਗ ਬੜੀ ਲੱਗ ਜਾਂਦੀ ਹੈ। ਅਹੰਕਾਰ ਜਿਹੜਾ ਬੜਾ ਇਹਨਾਂ ਦਾ ਪ੍ਰਬਲ ਹੁੰਦਾ, ਥੋੜਾ ਵੀ ਪਿਆਰਿਓ ਕੋਈ ਇਹਨਾਂ ਦੇ ਅੱਗੇ, ਜੇ ਇਹਨਾਂ ਦੇ ਅੱਗੋਂ ਦੀ ਲਵੀ ਜਾਵੇ ਤੇ ਇਹਨਾਂ ਨੂੰ ਗੁੱਸਾ ਚੜ ਜਾਂਦਾ ਹੈ, ਮੇਰੇ ਅੱਗੋਂ ਦੀ ਲੰਘ ਗਿਆ, ਮੈਨੂੰ ਵੇਖਿਆ ਨਹੀਂ ਹੈ। ਇਸ ਤਰ੍ਹਾਂ ਹੀ ਕਹਿੰਦੇ ਨਾ ਸਿਆਣੇ ਕਹਿੰਦੇ, ਇੱਕ ਦ੍ਰਿਸ਼ਟਾਂਤ ਦਿੰਦੇ ਹਨ ਤੇ ਜਿਹੜਾ ਅਫਸਰ ਜਿਹੜਾ ਵੱਡਾ, ਉਹਦੇ ਅੱਗੇ ਵੀ ਜਾਣਾ ਪਿਆਰਿਓ ਠੀਕ ਨਹੀਂ ਹੁੰਦਾ, ਉਹਦੇ ਪਿੱਛੇ ਵੀ ਠੀਕ ਨਹੀਂ ਹੁੰਦਾ। ਅੱਗੋਂ ਦੀ ਚੱਲ ਜਾਵੇ ਤੇ ਫਿਰ ਉਹਨੂੰ ਲੱਗਦਾ ਮੇਰਾ ਰਸਤਾ ਇਹਨੇ ਕੱਟਣਾ ਕੀਤਾ, ਜੇ ਪਿੱਛੇ ਰਹਿ ਗਿਆ ਤੇ ਉਹਨੂੰ ਉਹ ਫਸਾ ਦਿੰਦਾ ਹੈ। ਇਸ ਕਰਕੇ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਤਾਂ ਹੀ ਤਾਂ ਭਾਵ ਕਿ ਇਹਦੇ ਮਨ ਵਿੱਚ ਇੰਨਾ ਜ਼ਿਆਦਾ ਅਹੰਕਾਰ ਆ ਗਿਆ ਕਿ ਮੈਂ ਵਕਤੀ ਬਾਦਸ਼ਾਹ ਹਾਂ, ਜਿੱਥੋਂ ਮੈਂ ਲੰਘਦਾ ਸਾਰਾ ਨਗਰ ਜਿਹੜਾ, ਗੜੀਆਂ ਬਾਜ਼ਾਰ ਜਿਹੜੇ ਹਨ, ਲੋਕੀ ਉਹ ਸਾਰੇ ਖੜ ਕੇ ਮੈਨੂੰ ਸਲਾਮ ਕਰਦੇ ਹਨ, ਝੁਕਦੇ ਹਨ। ਲੇਕਿਨ ਗੁਰ ਅੰਗਦ ਦੇਵ ਜੀ ਮਹਾਰਾਜ ਮੇਰਾ ਸਨਮਾਨ ਨਹੀਂ ਕਰਨਾ ਕੀਤਾ, ਉੱਠ ਕਰਕੇ ਮੇਰੇ ਅੱਗੇ ਸਲਾਮ ਕਰਨਾ ਤਾਂ ਇੱਕ ਪਾਸੇ ਰਹਿ ਗਿਆ। ਮਹਾਰਾਜ ਜੀ ਨੇ ਮੇਰੇ ਵੱਲ ਵੇਖਿਆ ਹੀ ਨਹੀਂ, ਮੇਰੇ ਵੱਲ ਝਾਤ ਵੀ ਮਹਾਰਾਜ ਜੀ ਨੇ ਨਹੀਂ ਮਾਰਨੀ ਕੀਤੀ। ਇਹਨੂੰ ਬੜਾ ਗੁੱਸਾ ਚੜਿਆ। ਗਇਓ ਰਾਤ
ਰਾਜ ਮੈਂ ਹੋਇਓ ਦੇ। ਇਹ ਮਨ ਵਿੱਚ ਸੋਚਦਾ ਮੇਰਾ ਰਾਜ ਚੱਲ ਗਿਆ ਨਾ, ਇਸ ਕਰਕੇ ਲੱਗਦਾ ਸਤਿਗੁਰਾਂ ਨੇ ਮੇਰਾ ਸਤਿਕਾਰ ਨਹੀਂ ਕੀਤਾ। ਜੇ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹੁੰਦਾ ਤੇ ਉੱਠ ਕੇ ਖੜਦੇ ਮੇਰੇ ਅੱਗੇ ਇਹ ਸਲਾਮ ਵਜਾਉਂਦੇ। ਪਾਸ ਖਰੂ ਇਨ ਕੀਨ ਨਾ ਚੀ, ਮੈਂ ਇਹਨਾਂ ਦੇ ਨਾਲ ਖੜੋਤਾ ਹੋਇਆ, ਇਹਨਾਂ ਨੇ ਮੇਰੇ ਵੱਲ ਵੇਖਿਆ ਵੀ ਨਹੀਂ ਹੈ। ਉਚਿਤ ਮਾਰਬੇ ਹਿਰਦੇ ਵਿਚਾਰ, ਹੁਮਾਯੂ ਦੇ ਮਨ ਵਿੱਚ ਆਇਆ ਇਹਨਾਂ ਨੇ ਮੇਰੀ ਨਿਰਾਦਰੀ ਕੀਤੀ ਹੈ, ਮੇਰਾ ਤਿਰਸਕਾਰ ਕਰਨਾ ਕੀਤਾ, ਇਹਨਾਂ ਨੂੰ ਮਾਰ ਦੇਣਾ ਚਾਹੀਦਾ। ਧਰਿਓ ਹਾਥ ਕਬਜ਼ੇ ਤਲਵਾਰ, ਉਹਨੇ ਫਿਰ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਪ੍ਰਹਾਰ ਕਰਨ ਦੀ ਦ੍ਰਿਸ਼ਟੀ ਦੇ ਨਾਲ ਇਹ ਮੰਦ ਭਾਵਨਾ ਲੈ ਕਰਕੇ ਆਪਣੇ ਤਲਵਾਰ ਦੇ ਕਬਜ਼ੇ ਮੁੱਠੇ ਦੇ ਉੱਤੇ ਉਹਨੇ ਜਦੋਂ ਹੱਥ ਪਾਇਆ ਹੈ। ਹੱਥੋਂ ਖੈਂਚ ਕਰ ਉਰਮ ਹਠਾਨ, ਮਨ ਵਿੱਚ ਸੋਚਦਾ ਕਿ ਹੁਣ ਤਲਵਾਰ ਨੂੰ ਸ਼ਮਸ਼ੀਰ ਨੂੰ ਖਿੱਚ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਗਰਦਨ ਦੇ ਉੱਤੇ ਇਹੋ ਜਿਹਾ ਵਾਰ ਕਰਕੇ ਮਹਾਰਾਜ ਜੀ ਨੂੰ ਮੈਂ ਝਟਕਾ ਦੇਵਾਂ, ਖਤਮ ਕਰ ਦੇਵਾਂ। ਤਬ ਮੂਕੋ ਇਹੋ ਸ਼ਾਹ ਪਛਾਨ, ਤਾਂ ਇਹਨਾਂ ਨੂੰ ਲੱਗੇਗਾ ਕਿ ਭਾਈ ਜਿਹੜੇ ਰਾਜੇ ਮਹਾਰਾਜਿਆਂ ਦਾ ਕਿਸ ਤਰ੍ਹਾਂ ਸਨਮਾਨ ਕਰੀਦਾ ਹੈ। ਜਿਹੜਾ ਵੱਡਿਆਂ ਦਾ ਸਨਮਾਨ ਨਹੀਂ ਕਰਦਾ ਨਾ, ਉਹਨਾਂ ਨੂੰ ਫਿਰ ਵੱਡੇ ਇਹ ਉਹਨਾਂ ਦਾ ਹਸ਼ਰ ਕਰਦੇ, ਉਹਨਾਂ ਨੂੰ ਮਾਰ ਦਿੰਦੇ ਕਰਕੇ। ਉਦੈ ਪਇਓ ਐਂਚਨ ਕੋ ਜਬੈ, ਜਦੋਂ ਪਿਆਰਿਓ ਇਹਨੇ ਤਲਵਾਰ ਖਿੱਚਣ ਦੇ ਵਾਸਤੇ ਜਦੋਂ ਤਤਪਰ ਹੋਇਆ ਹੈ। ਮੁਸ਼ਟ ਸੰਗ ਕਰ ਚਿਮਟੀ ਉਤਬੈ, ਦੇਖੋ ਸਤਿਗੁਰੂ ਮਹਾਰਾਜ ਜੀ ਦੀ ਕਿਹੋ ਜੀ ਲੀਲਾ। ਇਹ ਤਾਂ ਮਾਰਨ ਵਾਸਤੇ ਤਲਵਾਰ ਨੂੰ ਖਿੱਚਣਾ ਚਾਹੁੰਦਾ, ਲੇਕਿਨ ਇਹਦਾ ਹੱਥ ਜਿਹੜਾ ਕਬਜੇ ਦੇ ਨਾਲ ਲੱਗ ਗਿਆ, ਉਹਦੇ ਨਾਲ ਹੀ ਚਿਮਟ ਗਿਆ। ਇਤ ਉਤ ਹੋਤ ਨਾ ਰਹਿਓ ਹਿਲਾਏ, ਹੁਣ ਇਹਦਾ ਹੱਥ ਜਿਹੜਾ ਬਿਲਕੁਲ ਜੰਮ ਗਿਆ। ਜਿਸ ਤਰ੍ਹਾਂ ਪੱਥਰ ਦਾ ਹੱਥ ਹੁੰਦਾ ਜੰਮ ਜਾਂਦਾ, ਤੇ ਉਹ ਬਿਲਕੁਲ ਨਹੀਂ ਹਲ ਰਿਹਾ। ਤਲਵਾਰ ਨੂੰ ਵੀ ਖਿੱਚਣਾ ਚਾਹੁੰਦਾ ਤੇ ਤਲਵਾਰ ਵੀ ਬਾਹਰ ਨਹੀਂ ਨਿਕਲਦੀ ਹੈ। ਸਾਰੋ ਬਲ ਹਾਰਿਓ ਸੋ ਲਗਾਏ, ਤੇ ਇਹਨੇ ਸਾਰਾ ਬਲ ਜਿਹੜਾ ਲਾਇਆ ਨਾ, ਉਹ ਸਾਰਾ ਬਲ ਇਹਦਾ ਹਾਰ ਗਿਆ, ਥੱਕ ਗਿਆ। ਪੁਨ ਮੂਰਖ ਪਛਤਾਵਨ ਲਾਗਾ, ਹੁਣ ਆ ਮੂਰਖ ਜੇ ਮਨ ਵਿੱਚ ਪਛਤਾਵ ਕਰਦਾ ਕਿ ਉਹ ਮੇਰੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਹੈ। ਕਰਿਓ ਖੋਟ ਮੈਂ ਹੁਤੋ ਅਭਾਗਾ, ਮੈਂ ਬਹੁਤ ਵੱਡਾ ਅਪਾਗਾ। ਮੈਨੇ ਸਿੱਧੀ ਇਹ ਦੁਰਦਸ਼ਾ ਵੇਖ ਕਰਕੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਹਦੇ ਵੱਲ ਵੇਖਣਾ ਕੀਤਾ। ਦੀਨ ਭਇਓ ਪਿਖ ਉਚਰੇ ਬੈ, ਮਹਾਰਾਜ ਜੀ ਨੇ ਵੇਖਿਆ ਕਿ ਭਾਈ ਇਹ ਤਾਂ ਮੁੜਕੋ ਮੁੜਕੀ ਹੋ ਗਿਆ, ਪਸੀਨੋ ਪਸੀਨੀ ਹੋ ਗਿਆ, ਕੱਪੜੇ ਦੇ ਭਿੱਜ ਗਏ, ਇਹ ਦੀਨਹੀਨ ਹੋ ਗਿਆ। ਉਹਦੀ ਇਹ ਦੁਰਦਸ਼ਾ ਨੂੰ ਵੇਖ ਕਰਕੇ ਮਹਾਰਾਜ ਜੀ ਨੇ ਮੁਸਕਰਾ ਕਰਕੇ ਕਿਹਾ, ਸ਼ੇਰ ਸ਼ਾਹ ਸੋ ਕਛ ਨ ਬਸਾਇਓ। ਸਤਿਗੁਰੂ ਜੀ ਕਹਿਣ ਲੱਗੇ, ਵਾਹ ਬਾਦਸ਼ਾਹ, ਵਾਹ ਕਮਾਲ ਹੈ ਤੇਰੇ ਭਾਈ। ਸ਼ੇਰ ਸ਼ਾਹ ਜਿਹੜਾ ਤੇਰਾ ਵੈਰੀ ਬਣ ਕੇ ਆਇਆ, ਤਲਵਾਰ ਖਿੱਚ ਕੇ ਆਇਆ, ਉਸ ਵੇਲੇ ਤਾਂ ਤੇਰੀ ਤਲਵਾਰ ਅੰਦਰ ਹੀ ਦੁਬਕ ਕੇ ਰਹਿ ਗਈ, ਉਸ ਵੇਲੇ ਤਾਂ ਤਲਵਾਰ ਬਾਹਰ ਨਹੀਂ ਨਿਕਲੀ। ਡਰ ਦਾ ਮਾਰਿਆ ਸ਼ੇਰ ਸ਼ਾਹ ਤੋਂ ਭੱਜ ਕੇ ਆ ਗਿਆ। ਖੜਗ ਹਤਨ ਹਮ ਪਰ ਚਲ ਆਇਓ, ਚਾਹੀਦਾ ਤਾਂ ਤੈਨੂੰ ਉਥੇ ਖੜਗ ਕਰਨਾ, ਭਾਵ ਕੇ ਤਲਵਾਰ ਕੱਢ ਕੇ ਸ਼ੇਰ ਸ਼ਾਹ ਦੇ ਨਾਲ ਲੜਨਾ ਭਿੜਨਾ, ਇਹ ਤੇਰਾ ਧਰਮ ਸੀ। ਉਥੇ ਜੇ ਤੂੰ ਤਲਵਾਰ ਕੱਢ ਦੋ ਤੇ ਸਾਰਿਆਂ ਨੇ ਕਹਿਣਾ ਕਿ ਭਾਈ ਹੁਮਾਯੂ ਬਾਦਸ਼ਾਹ ਬੜਾ ਸੂਰਬੀਰ ਬਹਾਦਰ ਹੈ, ਲੇਕਿਨ ਜੰਗ ਦੇ ਵੇਲੇ ਤਾਂ ਤਲਵਾਰ ਤੇਰੀ ਬਾਹਰ ਨਹੀਂ ਨਿਕਲੀ, ਦੁਮ ਦਬਾ ਕੇ ਭੱਜ ਕੇ ਆਇਆ। ਹੁਣ ਸਾਡੇ ਵਰਗੇ ਸੰਤਾਂ ਮਹਾਂਪੁਰਖਾਂ ਦੇ ਉੱਤੇ, ਫਕੀਰਾਂ ਦੇ ਉੱਤੇ ਤਲਵਾਰ ਖਿੱਚਦਾ। ਵਾਹ ਭਾਈ ਤੇਰੇ ਤਾਂ ਬੜੇ ਕਮਾਲ ਹਨ। ਕਾਇਰ ਭਇਓ ਭਾਜ ਕਰ ਆਵਾ, ਉਥੇ ਤਾਂ ਕਾਇਰ ਬਣ ਕਰਕੇ ਭੱਜ ਕੇ ਆਇਆ। ਦੇਖੋ ਸਤਿਗੁਰੂ ਮਹਾਰਾਜ ਪਿਆਰਿਓ ਨਿਰਭੀਕ ਹਨ। ਪੈ ਕਾਹੂ ਕਾ ਦੇਤ ਨਹਿ, ਨਹਿ ਪੈ ਮਾਨਤ, ਆਣ ਕੇ ਨੂੰ ਡਰ ਦਿੰਦੇ ਨਹੀਂ ਤਾਂ ਕਿਦਾ ਡਰ ਮੰਨਦੇ ਵੀ ਨਹੀਂ ਹਨ। ਭਾਵੇਂ ਕੋਈ ਜਿੰਨਾ ਮਰਜੀ ਵੱਡਾ ਖੱਬੀ ਖਾਨ ਹੈ, ਜਿਹੜੇ ਅਣਖੀ ਹੁੰਦੇ ਪਿਆਰਿਓ, ਤਾਂ ਹੀ ਤਾਂ ਆਪਾਂ ਉਹਨਾਂ ਨੂੰ ਪੂਜਦੇ ਆ, ਉਹਨਾਂ ਨੂੰ ਯਾਦ ਕਰਦੇ ਆ। ਦੇਖੋ ਇਹ ਗੱਲ ਨੂੰ ਕਦੇ ਵਿਚਾਰ ਨਾ ਕਰੋ। ਛੋਟਾ ਜਿਹਾ ਵੀ ਜੇ ਕੋਈ ਥਾਣੇਦਾਰ ਵੀ ਆ ਜਾਵੇ, ਭਾਵੇਂ ਤੁਸੀਂ ਜਿੰਨੇ ਮਰਜੀ ਸੱਚੋ, ਬੰਦਾ ਦਬ ਜਾਂਦਾ, ਚੁੱਪ ਹੋ ਜਾਂਦਾ, ਕਹਿੰਦਾ ਜੀ ਬੋਲਾਂਗੇ ਇਹਨੇ ਮੈਨੂੰ ਫੜ ਲੈਣਾ, ਮਾਰਨਾ। ਲੇਕਿਨ ਵਕਤ ਦਾ ਬਾਦਸ਼ਾਹ ਪਿਆਰਿਓ, ਹਿੰਦੁਸਤਾਨ ਦਾ ਬਾਦਸ਼ਾਹ, ਹਜ਼ਾਰਾਂ ਦੀ ਗਿਣਤੀ ਦੇ ਨਾਲ ਇਹਦੀ ਸੈਨਾ ਵੀ ਸੀ। ਇਹ ਨਹੀਂ ਹੈ ਕਿ ਇਕੱਲਾ ਭੱਜ ਕੇ ਜਾ ਰਿਹਾ ਸੀ, ਪੂਰਾ ਲਾਉ ਲਸ਼ਕਰ ਲੈ ਕਰਕੇ ਜਾ ਰਿਹਾ। ਫਿਰ ਵੀ ਸਤਿਗੁਰੂ ਮਹਾਰਾਜ ਰੱਤਾ ਮਾਤਰ ਨਹੀਂ ਡਰਦਿਆਂ ਹੋਇਆ
ਨਿਰਭੀਕ ਹੋ ਕਰਕੇ ਉਹਦੇ ਤਾਈਂ ਇਹ ਬਚਨ ਕੀਤਾ, ਸੱਚਾ ਬਚਨ ਕੀਤਾ। ਹਮਹਿ ਸ਼ੂਰਤਾ ਚਹਿ ਦਿਖਾਵਾ। ਸਤਿਗੁਰੂ ਜੀ ਕਹਿਣ ਲੱਗੇ ਉਥੇ ਤਾਂ ਸਾਨੂੰ ਫਿਰ ਬੇਨਤੀ ਕਰਨੀ ਕੀਤੀ, ਗੁਰੂ ਮੈਂ ਅਣਪੁਣੇ ਦੇ ਵਿੱਚ ਗਲਤੀ ਹੋਈ ਹੈ। ਸ਼੍ਰੀ ਨਾਨਕ ਤੇ ਜਾਤ ਖੁਦਾਏ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਜ਼ਾਤ ਖੁਦਾ ਹੈ, ਉਹ ਤਾਂ ਖੁਦਾ ਦੀ ਜ਼ਾਤ ਦੇ ਵਿੱਚੋਂ ਭਾਵ ਕਿ ਉਹ ਖੁਦ ਖੁਦਾ ਸਨ। ਤਿਨ ਕੀ ਬਖਸ਼ਿਸ਼ ਹੋਤ ਬਿਲਾਏ। ਤੇ ਉਹਨਾਂ ਦੀ ਬਖਸ਼ਿਸ਼ ਉਹਨਾਂ ਦੀ ਕਿਰਪਾ ਦੇ ਨਾਲ ਬਤੀਤ ਹੋਣ ਲੱਗੀ, ਭਾਵ ਕਿ ਉਹਨਾਂ ਦੀ ਕਿਰਪਾ ਦੇ ਨਾਲ। ਇਹ ਕਿਆ ਕਾਰਨ ਬੂਝਨ ਆਵਾ। ਇਹ ਕੀ ਕਾਰਨ ਹੈ? ਕਿਉਂਕਿ ਸੁਣਿਆ ਕਿ ਮਹਾਰਾਜ ਜੀ ਨੇ ਬਚਨ ਕੀਤਾ ਲੇਕਿਨ ਉਹ ਬਚਨ ਪੂਰਾ ਨਹੀਂ ਹੋਇਆ। ਮੈਂ ਇਹ ਪੁੱਛਣ ਵਾਸਤੇ ਆਇਆ ਸੀ, ਤੁਮ ਸੋ ਉਨਕੋ ਭੇਦ ਨਾ ਪਾਵਾ। ਕਿਉਂਕਿ ਤੁਹਾਡੇ ਵਿੱਚ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿੱਚ ਕੋਈ ਭੇਦ ਨਹੀਂ ਹੈ। ਸ੍ਰੀ ਅੰਗਦ ਸੁਨ ਕੇ ਕਹਿ ਬਾਨੀ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਹਦਾ ਇਹ ਬਚਨ ਸੁਣ ਕਰਕੇ ਕਛੂ ਬੇਅਦਬੀ ਕੀਨ ਮਹਾਨੀ। ਸਤਿਗੁਰੂ ਮਹਾਰਾਜ ਜੀ ਨੇ ਨਾਲ ਇਹ ਵੀ ਵੇਖਿਆ ਕਿ ਭਾਈ ਤੂਨੇ ਬੇਅਦਬੀ ਵੀ ਬੜੀ ਕਰਨੀ ਕੀਤੀ ਹੈ, ਬਹੁਤ ਲੱਗਦਾ ਤੂਨੇ ਬੜਾ ਕੋਈ ਗੰਦਾ ਕੰਮ ਕੁਕਰਮ ਕਰਨਾ ਕੀਤਾ, ਤਾਂ ਜਾ ਕਰਕੇ ਤੈਨੂੰ ਇਹ ਫਲ ਦੀ ਪ੍ਰਾਪਤੀ ਹੋ ਰਹੀ ਹੈ। ਜਾਂ ਤੇ ਭਇਓ ਤੂੰ ਹੀ ਤਿਰਸਕਾਰ। ਇਸ ਕਰਕੇ ਲੱਗਦਾ ਭਾਈ ਤੇਰਾ ਸਾਰਿਆਂ ਨੇ ਤਿਰਸਕਾਰ ਕਰਨਾ ਕੀਤਾ, ਤੇਰੇ ਤੋਂ ਕੋਈ ਜਾਣੇ ਅਣਜਾਣੇ ਦੇ ਵਿੱਚ ਬਹੁਤ ਵੱਡੀ ਗਲਤੀ ਹੋ ਗਈ। ਅਬ ਜੀ ਧਰਤ ਨਾ ਕਰ ਤਰਵਾਰਾ। ਜੇ ਹੁਣ ਤੂੰ ਮੇਰੇ ਕੋਲ ਆਉਂਦਾ, ਜੇ ਤਲਵਾਰ ਨੂੰ ਜੇ ਨਹੀਂ ਚੁੱਕਦੋਂ, ਨਹੀਂ ਤੂੰ ਧਾਰਨ ਕਰਦੋਂ, ਤੋ ਪਤਸ਼ਾਹਤ ਅਬ ਹੀ ਪਾਵ। ਤਾਂ ਸਾਡੀ ਵੀ ਕਿਰਪਾ ਹੋ ਜਾਂਦੀ ਸੀ ਤੇਰੇ ਉੱਤੇ ਤੇ ਤੈਨੂੰ ਬਾਦਸ਼ਾਹਤ ਦੀ ਪ੍ਰਾਪਤੀ ਹੋ ਜਾਂਦੀ ਸੀ। ਦਰਸ਼ਨ ਕੋ ਫਲ ਆਨੰਦ ਬਧਾਵਤ। ਫਿਰ ਵੀ ਦਰਸ਼ਨ ਦਾ ਜਿਹੜਾ ਫਲ ਜਿਹੜਾ ਹੈ ਉਹ ਆਨੰਦਦਾਈ ਹੈ। ਜਾਇ ਵਿਲਾਇਤ ਅਬ ਫਿਰ ਆਉ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਹੁਣ ਤਾਂ ਭਾਈ ਤੈਨੂੰ ਨਹੀਂ ਪ੍ਰਾਪਤ ਹੋਵੇਗਾ, ਰਾਜ ਤੂੰ ਹੁਣ ਚੱਲ ਜਾ, ਫਿਰ ਬਾਅਦ ਦੇ ਵਿੱਚ ਆ ਜਾ, ਫਿਰ ਤੈਨੂੰ ਲੱਗਦਾ ਸ਼ਕਤ ਤਖਤ ਜਿਹੜਾ ਦਿੱਲੀ ਦਾ ਬਾਦਸ਼ਾਹ ਹੋ ਰਿਹਾ ਕਰਕੇ ਹੁਮਾਯੂ ਬਾਦਸ਼ਾਹ ਜਿਹੜਾ ਉੱਥੋਂ ਚੱਲ ਕਰਕੇ ਮਹਾਰਾਜ ਜੀ ਦੀ ਕਦਮ ਸੀ ਕਹਿ ਕੇ ਉੱਥੋਂ ਫਿਰ ਚੱਲ ਗਿਆ ਵਿਲਾਇਤ ਦੇਸ਼ ਤੇ ਲਸ਼ਕਰ ਲੀਨਾ। ਉੱਥੋਂ ਫਿਰ ਬਾਅਦ ਵਿੱਚ ਪਿਆਰਿਓ ਇਹਨੇ ਬਹੁਤ ਬੜਾ ਲਸ਼ਕਰ ਜਿਹੜਾ ਆਪਣੇ ਨਾਲ ਲੈਣਾ ਕੀਤਾ। ਫਿਰ ਪਿਆਰਿਓ ਇਹਨੇ ਫੌਜਾਂ ਨੂੰ ਲੈ ਕਰਕੇ ਹਿੰਦੁਸਤਾਨ ਨੂੰ ਲੈ ਸਾਰੇ ਹਿੰਦੁਸਤਾਨ ਨੂੰ। ਜੇ ਪਿਆਰਿਓ ਆਪਣਾ ਈਸਵੀ ਸਨ ਦੀ ਗੱਲ ਕਰਦੇ ਆ, ਸਨ 1540 ਦੇ ਵਿੱਚ ਪਿਆਰਿਓ ਹੁਮਾਯੂ ਜਿਹੜਾ ਦਿੱਲੀ ਦੇ ਤਖਤ ਤੋਂ ਹਮਲਾ ਹੋਇਆ ਕਰਕੇ ਭੱਜ ਕਰਕੇ ਉਹ ਵਿਲਾਇਤ ਦੇਸ਼ ਚਲ ਗਿਆ, ਈਰਾਨ ਇਲਾਕ ਆ ਗਿਆ, ਉੱਥੇ ਚਲ ਗਿਆ। ਫਿਰ ਬਾਅਦ ਦੇ ਵਿੱਚ 16 ਸਾਲ ਦੇ ਬਾਅਦ ਭਾਵ ਕਿ ਸਨ 1556 ਦੇ ਵਿੱਚ ਫਿਰ ਉੱਥੋਂ ਬਾਅਦ ਦੇ ਫਿਰ ਉਹਨੇ ਹਿੰਦੁਸਤਾਨ ਦੇ ਉੱਤੇ ਹਮਲਾ ਕਰਨਾ ਕੀਤਾ। ਸ਼ੇਰ ਸ਼ਾਹ ਸੂਰੀ ਜਿਹੜਾ ਹੈ ਪਠਾਨਾਂ ਦਾ ਜਿਹੜਾ ਰਾਜਾ ਸੀ, ਉਹਨੂੰ ਹਰਾ ਕਰਕੇ ਫਿਰ ਦਿੱਲੀ ਦੇ ਤਖਤ ਦੇ ਉੱਤੇ ਇਹ ਕਾਬਜ਼ ਹੋਇਆ ਹੈ। ਖਾਨ ਨਾਮ ਸਭ ਹਨ ਮਰਵਾਏ। ਤੇ ਇਹਨੇ ਫਿਰ ਆ ਕਰਕੇ ਜਿੰਨੇ ਵੀ ਇਹ ਖਾਨ ਪਠਾਨ ਸਨ ਸਾਰਿਆਂ ਨੂੰ ਖਤਮ ਕੀਤਾ। ਹੁਮਾਯੂ ਨੇ ਬਾਅਦ ਵਿੱਚ ਸਨ 1556 ਦੇ ਵਿੱਚ ਇਹਨੇ ਮਾਰਨਾ ਕੀਤਾ। ਦੋਹਰਾ ਸਤਿਗੁਰ ਬੇਪਰਵਾਹ ਨਿਤ ਰਾਗ ਦਵੈਸ਼ ਚਿਤ ਨਾ। ਹੁਣ ਕਵੀ ਰਾਜ ਜੀ ਦੱਸਦੇ ਹਨ ਕਿ ਸਤਿਗੁਰੂ ਮੇਰਾ, ਜਿਹੜੇ ਸਾਡੇ ਸਤਿਗੁਰੂ ਹਨ ਬੇਮੁਹਤਾਜ ਹਨ, ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਖ ਸੁਆਮੀ। ਬੇਪਰਵਾਹ ਹਨ ਸਤਿਗੁਰੂ ਮਹਾਰਾਜ ਤੇ ਜਿਨ੍ਹਾਂ ਨੂੰ ਕੋਈ ਰਾਗ ਦਵੈਸ਼ ਨਹੀਂ ਲੱਗਦਾ। ਕਰਹਿ ਭਾਵਨਾ ਪਾਏ ਤਿਮ ਜੇ ਨਰ ਚਲ ਢਿਗ ਜਾ। ਜਿਹੜਾ ਵੀ ਸਤਿਗੁਰੂ ਮਹਾਰਾਜ ਜੀ ਦੇ ਕੋਲ ਚੱਲ ਕੇ ਆਉਂਦਾ, ਜਿਸ ਨੇ ਕਰੀ ਭਾਵਨਾ ਜੈਸੀ ਪ੍ਰਭ ਮੂਰਤ ਪੇਖੀ ਤਿਨ ਤੈਸੀ। ਜਿਹੜਾ ਪਿਆਰਿਓ ਦਰ ਦੇ ਉੱਤੇ ਜਿਹੋ ਜੀ ਭਾਵਨਾ ਲੈ ਕਰਕੇ ਆਉਂਦਾ ਨਾ ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੁੰਦਾ। ਜਿਹੜਾ ਜੈਸਾ ਦੇਖੈ ਤੈਸਾ ਦੇਖ, ਭਾਵ ਕਿ ਜੋ ਜਿਹੋ ਜੀ ਨਿਗਾਹ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਤੱਕਦਾ ਵੇਖਦਾ, ਅਗੋਂ ਸਤਿਗੁਰੂ ਮਹਾਰਾਜ ਜੀ ਵੀ ਉਹਨਾਂ ਨੂੰ ਉਹੀ ਨਿਗਾਹ ਦੇ ਨਾਲ ਤੱਕਦੇ ਹਨ। ਇਸ ਤਰ੍ਹਾਂ ਇਹ ਇਤਿਹਾਸ ਪਿਆਰਿਓ ਇਹ ਅਧਿਆਇ ਦੀ ਇੱਥੇ ਸਮਾਪਤੀ ਹੈ ਜੀ। ਇਤ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਰਾਸੇ ਸ਼੍ਰੀ ਅੰਗਦ ਹੁਮਾਯੂ ਪ੍ਰਸੰਗ ਵਰਣਨੰ ਨਾਮ ਦਸ਼ਮੋ ਅੰਸੂ। ਇੱਥੇ ਪਿਆਰਿਓ 10ਵਾਂ ਅੰਸੂ 10ਵਾਂ ਅਧਿਆਇ ਦੀ ਸਮਾਪਤੀ ਹੈ। ਇੰਨੀਆਂ ਕੋ ਬੇਨਤੀਆਂ ਪ੍ਰਮਾਣ ਕਰਿਓ, ਵਿਚਾਰ ਕਰਦੇ ਹਾਂ।
ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀਆਂ ਕੇ ਤੋ ਸਮਤ। ਆਓ ਸਾਰੇ ਗਾਜ ਵਾਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੂਤ ਹੈ ਪਾਰ ਬ੍ਰਹਮ ਅਬਨਾਸੀ ਅਘਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੈ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਹੈ ਠਾਕੁਰ ਹਉਦਾ ਸੁਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖਾਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਹੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ।
ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ